ਸਨਮਾਨਯੋਗ ਗੁਰੂ ਸਵਾਰਿਓ, ਸਤਿਗੁਰੂ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਆਨਲਾਈਨ ਗੁਰਮਤਿ ਕਲਾਸ ਵਿੱਚ ਜੁੜਨ ਦਾ ਸਮਾਂ ਮਿਲਦਾ ਹੈ, ਜਿੱਥੇ ਰੱਬੀ ਪਿਆਰਾ ਅਸੀਂ ਕਰਦੇ ਹਾਂ, ਉੱਥੇ ਬਹੁਤ ਕੁਝ ਆਪ ਜੀ ਪਾਸੋਂ ਸਿੱਖਦੇ ਹਾਂ, ਕੁਝ ਆਪ ਜੀ ਨਾਲ ਸਾਂਝਾ ਕਰਦੇ ਹਾਂ। ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਇਹ ਕਾਰਜ ਲਗਭਗ 2 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਔਰ ਸੋਮਵਾਰ ਸਾਡਾ ਸੈਸ਼ਨ ਸਵਾਲ ਜਵਾਬ ਦਾ ਹੁੰਦਾ ਹੈ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਉੱਤਰ ਪੈਨਲ ਮੈਂਬਰਸ ਆਪ ਜੀ ਨਾਲ ਸਾਂਝੇ ਕਰਦੇ ਹਨ। ਜੋ ਸਵਾਲ ਆਪ ਜੀ ਭੇਜਦੇ ਹੋ, ਪੈਨਲ ਮੈਂਬਰ ਉਹਨਾਂ ਤੇ ਵਿਚਾਰ ਕਰਕੇ ਫਿਰ ਆਪ ਜੀ ਦੇ ਨਾਲ ਉਹ ਜਵਾਬ ਸਾਂਝੇ ਕਰਦੇ ਹਨ। ਇਹ ਸੈਸ਼ਨ ਵੀ ਰਾਜਾ ਸਿੰਘ ਜੀ ਸ਼ੁਰੂ ਤੋਂ ਹੀ ਜ਼ਿੰਮੇਵਾਰੀ ਨਿਭਾ ਰਹੇ ਹਨ। ਮੈਂ ਬੇਨਤੀ ਕਰ ਰਿਹਾ ਹਾਂ ਵੀ ਰਾਜਾ ਸਿੰਘ ਜੀ ਨੂੰ ਕਿ ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਆਰੰਭ ਕਰਨ। ਵੀ ਰਾਜਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਜੀਓ ਆਇਆਂ। ਤੋਂ ਅੱਜ ਸਵਾਲ ਜਵਾਬ ਦਾ ਸੈਸ਼ਨ, ਜਿਸ ਕੰਮ ਵਿੱਚ ਮਨੁੱਖ ਦੀ ਰੁਚੀ ਹੋਵੇ ਉਹਦੇ ਵਿੱਚ ਕਿਰਿਆਸਿਟੀ ਜ਼ਰੂਰ ਪੈਦਾ ਹੁੰਦੀ ਹੈ ਵੀ ਇਹਨੂੰ ਹੋਰ ਦੇਖੀਏ ਤਾਂ ਇੱਕ ਬੜੀ ਸਾਡੇ ਲਈ ਅੱਛਾ ਓਮਨ ਹੈ ਕਿ ਇਸ ਕਲਾਸ ਨੂੰ ਤੀਸਰੇ ਸਾਲ 'ਚ ਆਪਾਂ ਸਟੈਪ ਇਨ ਕਰ ਗਏ। ਪਰ ਹਰ ਹਫ਼ਤੇ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਵੱਖ-ਵੱਖ ਵਿਸ਼ਿਆਂ 'ਤੇ ਸਵਾਲ ਆਉਂਦੇ ਨੇ ਔਰ ਵੱਖ-ਵੱਖ ਵੀਰਾਂ ਭੈਣਾਂ ਆਉਂਦੇ ਨੇ। ਇਹਦਾ ਮਤਲਬ ਸਾਨੂੰ ਬੜੀ ਇਨਕਰੇਜਮੈਂਟ ਮਿਲਦੀ ਹੈ ਕਿ ਤੁਹਾਡਾ ਦਿਲਚਸਪੀ ਇਸ ਪ੍ਰੋਗਰਾਮ ਵਿੱਚ ਬਣੀ। ਸਤਿਗੁਰੂ ਕਰੇ ਇਸੇ ਤਰ੍ਹਾਂ ਦਿਲਚਸਪੀ ਬਣਦੀ ਰਹੇ। ਜਿੱਥੇ ਅਸੀਂ ਆਪ ਅਟੈਂਡ ਕਰਦੇ ਹਾਂ ਉੱਥੇ ਹੋਰ ਸੰਗਤਾਂ ਨਾਲ ਜੋੜੀਏ ਤੇ ਇਹ ਪ੍ਰਚਾਰ ਦਾ ਘੇਰਾ ਹੋਰ ਵਿਸ਼ਾਲ ਹੋਵੇ। ਤੋਂ ਅੱਜ ਵੀ ਹਰ ਹਫ਼ਤੇ ਦੀ ਤਰ੍ਹਾਂ ਆਪ ਜੀ ਵੱਲੋਂ ਭੇਜੇ ਸਵਾਲ ਜਿਹੜੇ ਨੇ ਉਹ ਲੈ ਕੇ ਉਹਨਾਂ ਦੇ ਉੱਤਰ ਸੋਚ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੋਂ ਪੈਨਲ ਮੈਂਬਰ ਆਪ ਨਾਲ ਪਹਿਲੇ ਫਤਿਹ ਸਾਂਝੀ ਕਰਨਗੇ ਜੀ। ਉਸ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਕਿਸੇ ਵੀਰ ਭੈਣ ਦਾ ਆਈਡੀ ਹੈ ਫਾਇਰ ਟੈਬਲੇਟ, ਕਿਰਪਾ ਕਰਕੇ ਜਿਹਨਾਂ ਦੀ ਆਈਡੀ ਹੈ ਫਾਇਰ ਟੈਬਲੇਟ, ਉਹ ਆਪਣੇ ਨਾਮ ਦੀ ਆਈਡੀ ਲਿਖ ਦੇਣ। ਉਹਦੇ ਨਾਲ ਥੋੜੀ ਜਿਹੀ ਸਾਂਝ ਪਏਗੀ, ਅੱਛਾ ਵੀ ਲੱਗੇਗਾ। ਤੋਂ ਇਹ ਸਾਡੀ ਰਿਕੁਐਸਟ ਹੈ। ਤੋਂ ਸਾਧ ਸੰਗਤ ਜੀ ਆਪਾਂ ਸ਼ੁਰੂ ਕਰੀਏ। ਪਹਿਲੇ ਆਪ ਨਾਲ ਫਤਿਹ ਸਾਂਝੀ ਕਰਦੇ ਹਾਂ। ਵੀਰ ਹਰਜੀਤ ਸਿੰਘ ਜੀ ਨੇ ਸੰਗਤ ਨਾਲ ਫਤਿਹ ਸਾਂਝੀ ਕੀਤੀ ਹੈ। ਮੈਂ ਹੁਣ ਬੇਨਤੀ ਕਰ ਰਿਹਾ ਵੀਰ ਐਮਪੀ ਸਿੰਘ ਜੀ ਨੂੰ ਵੀ ਕਿਰਪਾ ਕਰੋ ਜੀ ਸਾਹਮਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਧ ਤਜਿੰਦਰ ਸਿੰਘ ਜੀ। ਹਾਂਜੀ ਵੀਰ ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਜਗੀਰ ਸਿੰਘ ਜੀ। ਸਾਜਗੀਰ ਸਿੰਘ ਜੀ। ਭੈਣ ਮਨਿੰਦਰ ਕੌਰ ਜੀ। ਹਾਂਜੀ ਵੀਰ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਨੂੰ ਲੱਗਦਾ ਸਾਹਿਬ ਮਨਮੋਹਨ ਸਿੰਘ ਜੀ ਤੇ ਸਾਹਿਬ ਕਿੱਕਰ ਸਿੰਘ ਜੀ ਹਾਜ਼ਰ ਨਹੀਂ ਅਜੇ, ਤਾਂ ਕੋਈ ਨਹੀਂ, ਜੁਆਇਨ ਕਰ ਲੈਣਗੇ। ਅਸੀਂ ਸਮਾਂ ਕਿਉਂਕਿ ਦੌੜਦਾ ਜਾ ਰਿਹਾ, ਸ਼ੁਰੂ ਕਰਦੇ ਹਾਂ ਜੀ। ਤਾਂ ਸਾਧ ਸੰਗਤ, ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਹੈ ਕਿ ਵੱਖ-ਵੱਖ ਵਿਸ਼ਿਆਂ ਤੇ ਆਪ ਵੱਲੋਂ ਭੇਜੇ ਸਵਾਲ ਸਾਡੇ ਕੋਲ ਆਏ ਨੇ। ਹਾਂਜੀ, ਕਿੱਕਰ ਸਿੰਘ ਜੀ ਆ ਗਏ ਹੋਏ ਨੇ। ਹਾਂਜੀ ਸਾਹਿਬ ਕਿੱਕਰ ਸਿੰਘ ਜੀ, ਤੁਸੀਂ ਵੀ ਜ਼ਰਾ ਫਤਿਹ ਸਾਂਝੀ ਕਰੋ। ਸਾਹਿਬ ਕਿੱਕਰ ਸਿੰਘ ਜੀ।
प्लीज अनम्यूट कर लो जी किक्कर सिंह जी। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੋ ਆਓ ਸਤਸੰਗਿਓ, ਵੀਰ ਸਤਨਾਮ ਸਿੰਘ ਜੀ ਨੇ ਪਿਛਲੇਰੇ ਸੈਸ਼ਨ ਵਿੱਚ ਇੱਕ ਸਵਾਲ ਕੀਤਾ ਸੀ ਕਿ ਪੂਰਵ ਕਰਮ ਜਿਹੜੇ ਨੇ ਇਹ ਪਿਛਲੇ ਜਨਮ ਦੇ ਕਰਮ ਹਨ ਜਾਂ ਇਸ ਜਨਮ ਲੈਣ ਤੋਂ ਬਾਅਦ ਦੇ ਕਰਮ, ਤੇ ਕੀਤੇ ਕਰਮਾਂ ਦਾ ਇਹ ਸੰਕੇਤ ਕੀ ਹੈ ਉਹ ਪੁੱਛ ਰਹੇ ਸਨ। ਪਹਿਲਾਂ ਤਾਂ ਮੈਂ ਬੇਨਤੀ ਕਰਦੀ ਹਾਂ ਕਿ ਇਹ ਸਵਾਲ ਪਹਿਲਾਂ ਵੀ ਵਿਚਾਰ ਹੋ ਚੁੱਕਾ ਹੈ, ਪਰ ਫਿਰ ਵੀ ਕਿਉਂਕਿ ਵੀਰ ਜੀ ਦਾ ਸਵਾਲ ਆਇਆ ਤੋ ਮੈਂ ਬੇਨਤੀ ਕਰਦੇ ਹਾਂ ਕਿ ਪੂਰਵ ਤੋਂ ਭਾਵ ਹੁੰਦਾ ਹੈ ਪਹਿਲੇ ਦਾ ਮਤਲਬ ਹੈ ਵੀ ਹੁਣ ਤੋਂ ਪਹਿਲੇ ਜਿਹੜੇ ਕੁਛ ਮਿੰਟ ਕੰਮ ਸਮਾਂ ਨਿਕਲ ਗਿਆ, ਕਿਉਂਕਿ ਜਿਹੜਾ ਸਮਾਂ ਨਿਕਲ ਜਾਏ ਉਹਨੂੰ ਕਹਿੰਦੇ ਪੂਰਵਲਾ ਵੀ ਚਲਾ ਗਿਆ। ਇਹ 5 ਮਿੰਟ ਪਹਿਲਾਂ ਵੀ ਹੋ ਸਕਦਾ ਹੈ, 10 ਸਾਲ ਪਹਿਲਾਂ ਵੀ ਹੋ ਸਕਦਾ ਹੈ, ਔਰ ਕਈ ਮਤਲਬ ਹੈ ਵੀ ਇਹਦੇ ਬਾਰੇ ਵੀ ਆਪਾਂ ਕਹਿ ਨਹੀਂ ਸਕਦੇ ਕਿ ਇਹ ਕਿੰਨਾ ਕੁ ਪੁਰਾਣਾ ਹੈ। ਭਾਵ ਇਹ ਹੈ ਕਿ ਜਿਹੜਾ ਵੀ ਕੰਮ ਹੁਣ ਪ੍ਰੈਜ਼ੈਂਟ ਤੋਂ ਪਹਿਲਾਂ, ਪ੍ਰੈਜ਼ੈਂਟ ਨਹੀਂ ਹੈ, ਪਾਸਟ ਹੋ ਗਿਆ, ਉਹ ਪੂਰਵਲਾ ਹੈ। ਸੋ ਇਸ ਕਰਕੇ ਪੂਰਵਲੇ ਜਨਮ ਤੋਂ ਭਾਵ ਇਹ ਹੈ ਕਿ ਜਿਹੜੇ ਕੰਮ ਅਸੀਂ ਪਹਿਲੇ ਕੀਤੇ ਨੇ, ਕਿਉਂਕਿ ਬਾਣੀ ਸਾਨੂੰ ਗਾਈਡ ਕਰਦੀ ਹੈ ਕਿ ਇਹ ਮਨੁੱਖ ਜਿਹੜੇ ਕਰਮ ਤੂੰ ਕਰਦਾ ਉਹਨਾਂ ਦੇ ਬੀਜ ਬਣ ਕੇ ਤੇਰੇ ਅੰਦਰ ਉੱਗਦੇ ਨੇ ਸਰੀਰ ਦੇ ਵਿੱਚ। ਤੋ ਗੁਰਬਾਣੀ ਦੀ ਤੁਕ ਹੈ ਕਿ ਪੂਰਵ ਜਨਮ ਕਰਮ ਭੂਮ ਬੀਜ ਨਾ ਹੀ ਬੋਇਆ ਹੈ ਮਨੁੱਖ। ਕਬੀਰ ਸਾਹਿਬ ਜੀ ਦਾ ਇਹ ਫਰਮਾਨ ਹੈ ਕਿ ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ, ਪੂਰਵ ਜਨਮ ਕਰਮ ਭੂਮ ਬੀਜ ਨਾ ਹੀ ਬੋਇਆ। ਇੱਥੇ ਜਨਮ ਦੇ ਮਾਂ ਨੂੰ ਸਿਹਾਰੀ ਹੈ, ਭਾਵ ਜਨਮ ਦੇ ਵਿੱਚ ਇਹ ਤੈਨੂੰ ਮਨੁੱਖਾ ਜਨਮ ਮਿਲਿਆ ਪੂਰਬਲੇ ਕਰਮਾਂ ਕਰਕੇ। ਤੈਨੂੰ ਇਹ ਮਨੁੱਖਾ ਜਨਮ ਦੀ ਜਿਹੜੀ ਪ੍ਰਾਪਤੀ ਹੋਈ ਹੈ ਇਹ ਤੇਰੇ ਪੂਰਬਲੇ ਕਰਮਾਂ ਕਰਕੇ ਹੋਈ ਹੈ। ਤੇ ਹੁਣ ਤੂੰ ਇਸ ਜਨਮ ਵਿੱਚ ਚਾਹੀਦਾ ਤਾਂ ਇਹ ਹੈ ਕਿ ਵਧੀਆ ਕੰਮ ਕਰ ਤੇ ਮਨੁੱਖਾ ਜਨਮ ਸਫਲ ਹੋਵੇ, ਪਰ ਤੂੰ ਕੀ ਕਰਦਾ ਉਹਦੇ ਚ ਵਾਰਨਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਥੋਂ ਸਾਨੂੰ ਸੰਕੇਤ ਮਿਲਦਾ ਗੁਰਬਾਣੀ ਦਾ ਕਿ ਪੂਰਬਲੇ ਜਨਮ ਦਾ ਮਤਲਬ ਇਹ ਹੈ ਕਿ ਪਹਿਲੇ ਜਨਮ ਦੇ ਕਰਮ ਵੀ ਹਨ। ਹਾਂ, ਇਹ ਠੀਕ ਹੈ ਕਿ ਵਿਦਿਆ ਦਾ ਬੜਾ ਪਸਾਰਾ ਹੋ ਰਿਹਾ, ਉਹਦੇ ਨਾਲ ਦਿਮਾਗ ਰੋਸ਼ਨ ਹੋ ਰਹੇ ਨੇ, ਹਰ ਮਨੁੱਖ ਆਪਣੀ ਦਲੀਲ ਦਿੰਦਾ ਹੈ। ਔਰ ਅੱਜ ਕਈ ਵਿਦਵਾਨ ਜਿਹੜੇ ਨੇ ਇਸ ਗੱਲ ਤੇ ਹੀ ਜ਼ੋਰ ਦਿੰਦੇ ਨੇ ਬਈ ਪੂਰਵ ਜਨਮ ਦਾ ਮਤਲਬ ਇਹ ਹੈ ਕਿ ਕੋਈ ਪਿਛਲੇ ਜਨਮਾਂ ਦੀ ਗੱਲ ਨਹੀਂ ਹੈ, ਇਹ ਹੁਣੀ ਜਿਹੜੇ ਅੱਜ ਤੋਂ ਪਹਿਲਾਂ ਕੰਮ ਕੀਤੇ ਨੇ, ਔਰ ਉਹਨਾਂ ਨੂੰ ਉਹ ਆਪਣੇ ਹਿਸਾਬ ਨਾਲ ਜਸਟੀਫਾਈ ਵੀ ਕਰਦੇ ਨੇ। ਔਰ ਉਹਨਾਂ ਦੀ ਜਸਟੀਫਿਕੇਸ਼ਨ ਔਰ ਇਹ ਜਿਹੜੀ ਕਲੈਰੀਫਿਕੇਸ਼ਨ ਹੈ ਉਹ ਖਾਸ ਕਰਕੇ ਯੰਗ ਮਾਈਂਡਸ ਨੂੰ ਬੜਾ ਆਪਣੇ ਨਾਲ ਪ੍ਰੇਰਿਤ ਵੀ ਕਰਦੀ ਹੈ। ਪਰ ਸਾਧ ਸੰਗਤ ਗੱਲ ਇਹ ਆ ਵੀ ਕੁਝ ਵੀ ਹੋਵੇ, ਜਿਹੜੀ ਗੱਲ ਗੁਰਬਾਣੀ 'ਚ ਲਿਖੀ ਹੈ ਅਸੀਂ ਉਸ ਤੋਂ ਪਰੇ ਨਹੀਂ ਜਾ ਸਕਦੇ। ਮੈਂ ਇਸੇ ਲਈ ਗੁਰਬਾਣੀ ਦੀ ਤੁਕ ਪਹਿਲਾਂ ਸੁਣਾਈ ਹੈ ਕਿ ਗੁਰਬਾਣੀ ਵਿੱਚ ਇੱਕ ਨਹੀਂ ਇੱਕ ਤੋਂ ਜ਼ਿਆਦਾ ਵਾਰ ਪੂਰਵ ਜਨਮਾਂ ਦੀ ਗੱਲ ਆਈ। ਤੋ ਇਸ ਕਰਕੇ ਅਸੀਂ ਗੁਰਬਾਣੀ ਤੋਂ ਅੱਗੇ ਨਹੀਂ ਹੋ ਸਕਦੇ। ਕੋਈ ਵੀ ਵਿਦਵਾਨ ਜਿੰਨੇ ਮਰਜ਼ੀ ਦਲੀਲ ਦੇਵੇ ਉਹਦੇ 'ਚ ਵਜ਼ਨ ਹੋ ਸਕਦਾ ਹੈ, ਪਰੰਤੂ ਗੁਰਬਾਣੀ ਜਿੰਨਾ ਨਹੀਂ। ਸੋ ਗੁਰਬਾਣੀ ਅਨੁਸਾਰ ਜੋ ਸਾਡੇ ਸਾਹਮਣੇ ਗੱਲ ਆਉਂਦੀ ਹੈ, ਔਰ ਗੱਲ ਇੱਥੇ ਆਪਾਂ ਮੁਕਾ ਸਕਦੇ ਹਾਂ ਕਿ ਜਿਸ ਤਰ੍ਹਾਂ ਮੈਂ ਪਹਿਲੇ ਬੇਨਤੀ ਕੀਤੀ ਹੈ ਪੂਰਵ ਤੋਂ ਭਾਵ ਹੈ ਪਹਿਲੇ। ਤੋ ਇਹਦਾ ਮਤਲਬ ਹੈ ਵੀ ਜਿਹੜੇ ਵੀ ਕੰਮ ਭਾਵੇਂ ਇਸ ਜਨਮ 'ਚ ਨੇ ਜਾਂ ਕੋਈ ਪਹਿਲੇ ਜਨਮਾਂ ਦਾ ਕੋਈ ਰੈਜ਼ੀਡਿਊਲ ਹੈ, ਉਹ ਸਾਡੇ ਆਪਣੇ ਕੀਤੇ ਕਰਮਾਂ ਦੇ ਫਲ ਅਸੀਂ ਆਪਣੇ ਭੋਗਦੇ। ਗੁਰਬਾਣੀ ਵਿੱਚ ਹੋਰ ਵੀ ਕਈ ਐਸੀਆਂ ਤੁਕਾਂ ਨੇ ਜਿਹਦੇ ਵਿੱਚ ਐਸੀ ਗੱਲ ਲਿਖੀ ਹੈ ਕਿ ਇਹ ਮਨੁੱਖ ਤੇਰਾ ਇਹ ਜਿਹੜਾ ਸਰੀਰ ਮਨੁੱਖਾ ਜਨਮ ਤੈਨੂੰ ਮਿਲਿਆ ਇੱਕ ਐਸੀ ਧਰਤੀ ਹੈ ਜਿਹਦੇ ਵਿੱਚ ਤੂੰ ਚੰਗੇ ਬੀਜ ਬੀਜ ਕੇ ਚੰਗਾ ਫਲ ਪ੍ਰਾਪਤ ਕਰ ਸਕਦਾ। ਜੇ ਨਹੀਂ ਬੀਜੇਗਾ ਤੇ ਮਾੜਾ ਫਲ ਦਾ ਵੀ ਭੋਗ ਤੈਨੂੰ ਭੋਗਣਾ ਹੀ ਪਏਗਾ। ਸੋ ਇਹਨਾਂ ਸਾਰੀਆਂ ਗੱਲਾਂ ਦਾ ਮਤਲਬ ਇਹ ਹੈ ਕਿ ਅਸੀਂ ਚੰਗੇ ਕਰਮ ਕਰੀਏ। ਦੇਖੋ ਮਨੁੱਖਾ ਜਨਮ ਸਾਨੂੰ ਮਿਲਿਆ, ਔਰ ਇਹ ਵੀ ਗੁਰਬਾਣੀ ਦੱਸਦੀ ਹੈ ਕਿ ਬੜਾ ਮਤਲਬ ਹੈ ਵੀ ਦੁਰਲਭ ਇਹ ਮਨੁੱਖਾ ਦੇ ਬੜੀ ਦੁਰਲਭ ਜਨਮ ਹੈ, ਤੇ ਇਹਦੇ ਵਿੱਚ ਸਾਨੂੰ ਅੱਛੇ ਕਰਮ ਕਰਨੇ ਚਾਹੀਦੇ ਨੇ। ਪਰੰਤੂ ਜਿਉਂ ਪਦਾਰਥਵਾਦ ਵੱਧ ਰਿਹਾ, ਜਿਉਂ ਦੁਨਿਆਵੀ ਸੁੱਖ ਆਰਾਮ ਵੱਧ ਰਹੇ ਨੇ, ਉਹਨੇ ਅਸੀਂ ਦੇਖਦੇ ਹਾਂ ਕਿ ਅਸੀਂ ਮਨੁੱਖਤਾ ਦੇ ਬੇਸਿਕ ਜਿਹੜੇ ਗੁਣ ਨੇ ਉਹਨਾਂ ਤੋਂ ਵੀ ਬਹੁਤੀ ਵਾਰੀ ਅਸੀਂ ਦੂਰ ਜਾਂਦੇ ਜਾ ਰਹੇ। ਅੱਜ ਜੋ ਕੁਝ ਸੰਸਾਰ ਵਿੱਚ ਵਰਤ ਰਿਹਾ ਸਾਧ ਸੰਗਤ, ਉਹ ਆਪ ਸਭ ਨੂੰ ਪਤਾ ਹੈ ਕਿ ਹੁਣ ਤਾਂ ਮਨੁੱਖ ਦੇ ਮਤਲਬ ਹੈ ਵੀ ਮਨੁੱਖਤਾ ਦੀ ਵੈਲਿਊ, ਮੈਂ ਤੇ ਸਮਝਾਂਗਾ, ਮੈਨੂੰ ਖਿਮਾ ਕਰਨਾ, ਕਿ ਘਟਦੀ ਜਾ ਰਹੀ ਹੈ। ਜਿਸ ਕਦਰ ਅਸੀਂ ਮਾਇਆ ਦੀ ਦੌੜ ਪਿੱਛੇ ਔਰ ਪ੍ਰਾਪਤੀਆਂ ਦੀ ਦੌੜ ਪਿੱਛੇ ਆਪਣੇ ਇਸ ਮਨੁੱਖੀ ਕਦਰਾਂ ਕੀਮਤਾਂ ਤੋਂ ਦੂਰ ਹੋਏ ਹਾਂ, ਤੇ ਅੱਜ ਦੇਖੋ ਸੰਸਾਰ ਵਿੱਚ ਕਿਵੇਂ ਅਫੜਾ ਤਫੜੀ ਹੈ। ਹਰ ਮਨੁੱਖ ਜਿਹੜਾ ਇੱਕ ਦੂਜੇ ਤੋਂ ਅੱਗੇ ਲੰਘਣਾ ਚਾਹੁੰਦਾ। ਤੋ ਆਓ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਆਪਾਂ ਇਹ ਗੁਰਬਾਣੀ ਵਿੱਚ ਜੋ ਸਾਨੂੰ ਕਿਹਾ, ਇਹ ਜਿਹੜਾ ਸਾਨੂੰ ਜਨਮ ਮਿਲਿਆ। ਮੈਂ ਤੇ ਇੱਕ ਹੋਰ ਗੱਲ ਕਹਿਣਾ ਹੁੰਦਾ
ਵੀ ਅਸੀਂ ਇਸ ਝਗੜੇ 'ਚ ਕਿਉਂ ਪਈ ਹੈ ਵੀ ਫਲਾਣੇ ਜਨਮ ਹੈ ਫਲਾਣੇ ਜਨਮ ਹੈ। ਦੇਖੋ ਗੱਲ ਇਹ ਹੈ ਵੀ ਬੀਤ ਹੈ, ਜਿਹੜਾ ਸਮਾਂ ਨਿਕਲ ਗਿਆ ਉਹ ਤਾਂ ਨਿਕਲ ਗਿਆ। ਹੁਣ ਵਰਤਮਾਨ ਤੇ ਸਾਡੇ ਹੱਥ ਵਿੱਚ ਹੈ ਨਾ। ਪੂਰਬਲੇ ਜਨਮ ਸਾਡੇ ਚੰਗੇ ਸਨ ਮਾੜੇ ਸਨ, ਉਹ ਤੇ ਜੋ ਹੈਗੇ ਨੇ ਉਹਨਾਂ ਦੇ ਅਸੀਂ ਫਲ ਭੁਗਤਦੇ ਹਾਂ ਜਾਂ ਅੱਗੋਂ ਭੁਗਤਾਂਗੇ। ਪਰੰਤੂ ਜਿਹੜਾ ਸਾਡੇ ਕੋਲ ਹੁਣ ਇਸ ਵੇਲੇ ਪ੍ਰੈਜ਼ੈਂਟ ਸਾਡੇ ਹੱਥ ਵਿੱਚ ਹੈ, ਅਸੀਂ ਉਹਦਾ ਬੈਸਟ ਯੂਜ਼ ਕਰੀਏ। ਆਓ, ਸਤਿਗੁਰੂ ਨੇ ਸਾਨੂੰ ਮਨੁੱਖ ਬਣਾਇਆ, ਅਸੀਂ ਮਨੁੱਖਾਂ ਵਾਲੇ ਕੰਮ ਕਰੀਏ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮੈਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਅਸੀਂ ਬਜਾਏ ਇਹਨਾਂ ਚੱਕਰਾਂ 'ਚ ਪੈਣ ਦੇ ਵੀ ਕਿਹੜੇ ਜਨਮਾਂ ਦੇ ਪੂਰਵੇ ਜਨਮ ਹੈਗੇ ਨੇ ਕਿ ਨਹੀਂ ਹੈਗੇ। ਠੀਕ ਹੈ, ਪਤਾ ਕਰਨ ਲਈ ਕਿਰਿਆਸਤੀ ਹੁੰਦੀ ਹੈ, ਪਰੰਤੂ ਲੋੜ ਹੈ ਕਿ ਜਿਹੜਾ ਹੁਣ ਸਾਡੇ ਇਸ ਵੇਲੇ ਹੱਥ ਵਿੱਚ ਹੈ ਪ੍ਰੈਜ਼ੈਂਟ, ਜਿਹੜਾ ਸਮਾਂ ਸਾਡੇ ਕੋਲ ਹੁਣ ਹੈ, ਇਹਨੂੰ ਤੇ ਆਪਾਂ ਬੈਸਟ ਯੂਜ਼ ਕਰੀਏ। ਤੇ ਆਓ ਸਤਿਗੁਰੂ ਕਿਰਪਾ ਕਰਨ ਅਸੀਂ ਨਾਮ ਨਾਲ ਜੁੜੀਏ, ਤੇ ਨਾਮ ਨਾਲ ਜੁੜਨ ਕਰਕੇ ਹੀ ਸਾਡੇ ਮਨ ਵਿੱਚ ਸਹਿਜ ਅਵਸਥਾ ਪੈਦਾ ਹੋਏਗੀ। ਜਿਸ ਮਨੁੱਖ ਕੋਲ ਸਹਿਜ ਹੈ, ਉਸ ਦਾ ਜੀਵਨ ਜਿਹੜਾ ਕੇਵਲ ਆਪਣੇ ਲਈ ਨਹੀਂ, ਸਾਰੇ ਸਮਾਜ ਲਈ ਉਹ ਸੁੱਖ ਸ਼ਾਂਤੀ ਲਿਆ ਸਕਦਾ ਹੈ। ਸਤਿਗੁਰੂ ਕਿਰਪਾ ਕਰਨ ਤੋਂ ਅਸੀਂ ਇਹਨਾਂ ਚੱਕਰਾਂ 'ਚ ਪੈਣ ਦੀ ਥਾਂ ਤੇ, ਜਿਹੜਾ ਮੈਂ ਫਿਰ ਰਿਪੀਟ ਕਰ ਰਿਹਾ, ਮੈਨੂੰ ਖਿਮਾ ਕਰਨਾ, ਕਿ ਹੁਣ ਜਿਹੜਾ ਵਰਤਮਾਨ ਸਾਡੇ ਕੋਲ ਹੈਗਾ ਉਹਦਾ ਅਸੀਂ ਪੂਰਾ ਲਾਭ ਉਠਾਈਏ। ਅਸੀਂ ਇੱਕ ਚੰਗੇ ਨੇਕ ਕਰਮ ਕਰੀਏ। ਅੱਜ ਤੋਂ ਪਹਿਲੇ ਮੈਂ ਜੋ ਕੁਝ ਕਰ ਚੁੱਕਾ, ਬਾਣੀ 'ਚ ਆਂਦਾ ਕਿ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਤੋਂ ਪਿੱਛੇ ਜੋ ਕੀਤਾ ਸੋ ਕੀਤਾ। ਹੁਣ ਅੱਗੋਂ ਅੱਜ ਤੋਂ ਬਾਅਦ ਜੇ ਸਾਨੂੰ ਸਮਝ ਆ ਜਾਏ ਅਸੀਂ ਚੰਗੇ ਨੇਕ ਰਸਤੇ ਤੇ ਤੁਰੀਏ, ਤਾਂ ਫਿਰ ਸਾਡਾ ਵੀ ਭਲਾ ਹੈ, ਸਮਾਜ ਦਾ ਵੀ ਭਲਾ ਹੈ, ਔਰ ਮਨੁੱਖੀ ਜਨਮ ਦਾ ਫਰਜ਼ ਅਸੀਂ ਪੂਰਾ ਕਰ ਸਕਾਂ। ਤੋ ਆਸ ਹੈ ਵੀਰ ਸਤਨਾਮ ਸਿੰਘ ਜੀ, ਜੋ ਮੈਂ ਗੱਲ ਕੀਤੀ ਹੈ ਤੁਸੀਂ ਉਹਦੇ ਨਾਲ ਸਹਿਮਤ ਹੋ ਤੋ ਮੁਬਾਰਕ ਹੈ। ਅਗਰ ਫਿਰ ਤੁਹਾਡੇ ਮਨ 'ਚ ਕੋਈ ਹੋਰ ਐਸਾ ਸ਼ੰਕਾ ਸ਼ੁਭਾ ਆਉਂਦਾ ਤਾਂ ਬਿਲਕੁਲ ਓਪਨ ਹੈ ਜੀ। ਕੋਈ ਵੀ ਸੰਗਤ ਦਾ ਜਿਹੜਾ ਮੈਂਬਰ ਹੈ ਕਿਸੇ ਵੇਲੇ ਵੀ ਸਾਨੂੰ ਕੋਈ ਕੁਐਸਚਨ ਕਰ ਸਕਦਾ ਹੈ, ਫੀਡਬੈਕ ਦੇ ਸਕਦਾ ਹੈ। ਅਸੀਂ ਸਗੋਂ ਖੁਸ਼ ਹੁੰਦੇ ਹਾਂ ਜਿਸ ਵੇਲੇ ਸਾਨੂੰ ਫੀਡਬੈਕ ਆਉਂਦੀ ਹੈ, ਤਾਂ ਜੀ ਅਸੀਂ ਉਹਨੂੰ ਹੋਰ ਲੱਭਣ ਲਈ ਅੱਗੇ ਤੁਰੀਏ। ਸਤਿਗੁਰੂ ਕਿਰਪਾ ਕਰਨ। ਸਤਨਾਮ ਸਿੰਘ ਜੀ, ਸਵਾਲ ਭੇਜਣ ਲਈ ਤੁਹਾਡਾ ਧੰਨਵਾਦ। ਤੋ ਸੰਗਤ ਜੀ ਆਓ ਅਗਲੇ ਸਵਾਲ ਵੱਲ ਚੱਲਦੇ ਹਾਂ। ਇਹ ਜਿਹੜਾ ਸਵਾਲ ਹੈ ਇਹ ਪਿਛਲੇ ਹਫਤੇ ਅਸੀਂ ਲੈ ਨਹੀਂ ਸੀ ਸਕੇ ਕਿਉਂਕਿ ਸਮਾਂ ਨਹੀਂ ਸੀਗਾ। ਤੋ ਸਵਾਲ ਹੈਗਾ ਕਿ ਇੱਕ ਅਸੀਂ ਸੁਣਦੇ ਹਾਂ ਇਹ ਧਾਰਨਾ ਕਿ ਜੋ ਜਨ ਬਾਣੀ ਅਦਬ ਨਾ ਧਾਰਾ, ਨਾ ਜਾਣੋ ਉਹ ਸਿੱਖ ਹਮਾਰਾ। ਤੋ ਇਹ ਕਿਹਾ ਜਾਂਦਾ ਵੀ ਇਹ ਬਚਨ ਜਿਹੜੇ ਨੇ ਇਹ ਗੁਰੂ ਹਰਿਰਾਏ ਸਾਹਿਬ ਜੀ ਨੇ ਕੀਤੇ। ਸਵਾਲ ਕਰਤਾ ਨੇ ਪੁੱਛਿਆ ਕਿ ਬਚਨ ਜਿਹੜੇ ਨੇ ਉਚਾਰੇ ਕਿਹਨੇ ਨੇ ਤੇ ਸਾਨੂੰ ਕਿੱਥੇ ਲਿਖਤ ਵਿੱਚ ਮਿਲਦੇ ਨੇ। ਸਤਿਜਿੰਦਰ ਸਿੰਘ ਜੀ ਕਿਰਪਾ ਕਰੋ, ਸਾਨੂੰ ਇਸ ਵਿਸ਼ੇ ਤੇ ਚਾਨਣਾ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਖਿਮਾ ਮੰਗਦਾ ਪਹਿਲਾਂ ਕਿ ਪਿਛਲੀ ਵਾਰੀ ਦਾਸ ਨੇ ਸਵਾਲ ਦਾ ਜਵਾਬ ਦੇਣਾ ਸੀ, ਲੇਕਿਨ ਕਿਸੇ ਕਾਰਨ ਉਸ ਨੂੰ ਨਹੀਂ ਦੇ ਸਕਿਆ, ਸਮੇਂ ਦੀ ਘਾਟ ਕਾਰਨ। ਤੋ ਆਓ ਅੱਜ ਇਹ ਵਿਚਾਰੀਏ ਕਿ ਇਹ ਜੋ ਗੁਰਬਾਣੀ ਦੇ ਅਦਬ ਦੇ ਬਾਰੇ ਜੋ ਸਵਾਲ ਹੈ ਉਸ ਬਾਰੇ ਥੋੜਾ ਜਿਹਾ ਵਿਚਾਰ ਕਰੀਏ ਕਿ ਇਹ ਜੋ ਵਿਚਾਰ ਹੇਠ ਜਿਹੜੇ ਗੁਰਬਾਣੀ ਦੀ ਸਤਿਕਾਰ ਦੀ ਗੱਲ ਹੈ। ਵੈਸੇ ਤੇ ਸਾਰੇ ਗੁਰੂ ਸਾਹਿਬਾਨ ਨੇ ਗੁਰਬਾਣੀ ਦਾ ਸਤਿਕਾਰ ਕੀਤਾ ਹੈ, ਗੁਰੂ ਨਾਨਕ ਪਾਤਸ਼ਾਹ ਨੇ ਸੰਭਾਲ ਕੇ ਰੱਖੀ, ਫਿਰ ਉਹਨਾਂ ਨੇ ਅੱਗੋਂ ਹਰ ਗੁਰੂ ਵੇਲੇ ਉਸ ਨੂੰ ਅੱਗੇ ਤੋਰਿਆ। ਤਿਤ ਮੈਲ ਜੋ ਸ਼ਬਦ ਹੋਆ ਗੁਰ ਪੋਥੀ ਅੰਗਦ ਜੋਗ ਰੱਖੀ। ਤੋ ਗੁਰੂ ਅੰਗਦ ਦੇਵ ਜੀ ਨੂੰ ਇਹ ਭੇਟਾ ਕੀਤੀ ਤੇ ਗੁਰੂ ਅੰਗਦ ਦੇਵ ਜੀ ਨੇ ਆਪਣੇ ਸ਼ਲੋਕ ਐਡ ਕਰਕੇ ਗੁਰੂ ਅਮਰਦਾਸ ਜੀ ਨੂੰ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ, ਔਰ ਗੁਰੂ ਰਾਮਦਾਸ ਜੀ ਤੋਂ ਬਾਅਦ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਈ। ਤੋ ਉਸ ਤੋਂ ਬਾਅਦ ਇਹ ਗੁਰੂ ਹਰਿਰਾਏ ਸਾਹਿਬ ਜਦੋਂ ਗੁਰਗੱਦੀ ਤੇ ਬੈਠੇ ਹਨ ਤਾਂ ਉਹ ਗੁਰੂ ਹਰਿਰਾਏ ਸਾਹਿਬ ਦੇ ਜੀਵਨ ਦੇ ਬਾਰੇ ਇੱਕ ਬਹੁਤ ਹੀ ਜਿਹੜੀ ਹੈ ਸਾਨੂੰ ਪ੍ਰੇਰਨਾਦਾਇਕ ਜਿਹੜੀ ਉਹ ਸਾਖੀਆਂ ਮਿਲਦੀਆਂ ਹਨ ਕਿ ਸਤਵੇਂ ਪਾਤਸ਼ਾਹ ਜੀ ਗਿਆਨਵਾਨ, ਮਿੱਠੇ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ। ਉੱਥੇ ਹੀ ਉਹਨਾਂ ਦਾ ਹਿਰਦਾ ਵੀ ਕੋਮਲ ਤੇ ਤਰਸੀਲਾ ਸੀ। ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਕਿ ਇੱਕ ਵਾਰ ਉਹ ਕਰਤਾਰਪੁਰ ਦੇ ਬਾਗ ਵਿੱਚ ਸੈਰ ਕਰ ਰਹੇ ਸਨ। ਉਸ ਸਮੇਂ ਤੇਜ਼ ਹਵਾ ਵਗ ਰਹੀ ਸੀ। ਹਵਾ ਦੇ ਕਾਰਨ ਉਹਨਾਂ ਦਾ ਜਾਮਾ ਉਹਨਾਂ ਦਾ ਕਿਤੇ ਅੜ ਗਿਆ ਤੇ ਉਸ ਝਟਕੇ ਸਦਕਾ ਕੁਝ ਫੁੱਲ ਟਹਿਣੀਆਂ ਨਾਲੋਂ ਟੁੱਟ ਕੇ ਡਿੱਗ ਪਏ। ਟੁੱਟੇ ਫੁੱਲਾਂ ਨੂੰ ਦੇਖ ਕੇ ਗੁਰੂ ਸਾਹਿਬ ਦੇ ਕੋਮਲ ਹਿਰਦੇ ਨੂੰ ਬਹੁਤ ਠੇਸ ਵੱਜੀ। ਇੰਨੇ ਚਿਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ ਤੇ ਉਦਾਸੀ ਦਾ ਕਾਰਨ ਪੁੱਛਿਆ। ਉਹਨਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਸੱਚੇ ਪਾਤਸ਼ਾਹ ਮੇਰੇ ਖੁੱਲੇ ਜਾਮੇ ਨਾਲ ਅੜ ਕੇ ਇਹ ਨਿਰਦੋਸ਼ ਫੁੱਲ ਹੇਠਾਂ ਡਿੱਗ ਪਏ ਹਨ। ਇਸ ਤੇ ਛੇਵੇਂ ਪਾਤਸ਼ਾਹ ਨੇ ਉਪਦੇਸ਼ਮਈ ਜਵਾਬ ਦਿੱਤਾ ਕਿ ਜੇ ਜਾਮਾ ਵੱਡਾ ਪਹਿਨੀਏ ਤਾਂ ਸੰਭਲ ਕੇ ਤੋੜਨਾ ਚਾਹੀਦਾ ਹੈ। ਉਪਦੇਸ਼ ਬੜਾ
ਸਪਸ਼ਟ ਸੀ ਕਿ ਜੇ ਜ਼ਿੰਮੇਵਾਰੀ ਵੱਡੀ ਚੁੱਕ ਲਈਏ ਤਾਂ ਤਾਕਤ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਇਹ ਸਾਨੂੰ ਉਹਨਾਂ ਦੇ ਜੀਵਨ ਵਿੱਚੋਂ ਇੱਕ ਸਾਖੀ ਮਿਲਦੀ ਹੈ ਕਿ ਗੁਰੂ ਸਾਹਿਬ ਕਿੰਨੇ ਹੀ ਜਿਹੜੇ ਹਨ ਕੋਮਲ ਹਿਰਦੇ ਵਾਲੇ ਸਨ। ਤੋ ਇੱਕ ਵਾਰੀ ਗੁਰੂ ਹਰਿਰਾਏ ਸਾਹਿਬ ਜੀ ਪਲੰਗ ਉੱਪਰ ਵਿਰਾਜਮਾਨ ਸਨ ਤੇ ਕਾਬਲ ਦੀ ਸੰਗਤ ਜਿਹੜੀ ਹੈ ਉਹ ਢੋਲਕੀ ਛਾਣਿਆਂ ਨਾਲ ਕੀਰਤਨ ਕਰਦੀ ਹੋਈ ਉਹਨਾਂ ਦੇ ਮਹਿਲ ਦੇ ਕੋਲੋਂ ਦੀ ਲੰਘੇ। ਤਾਂ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਕੰਨ ਵਿੱਚ ਇਹ ਬਾਣੀ ਦੀ ਆਵਾਜ਼ ਪਹੁੰਚੀ ਤਾਂ ਛੇਤੀ ਨਾਲ ਉਹ ਪਲੰਗ ਤੋਂ ਉੱਠੇ ਤੇ ਉਹਨਾਂ ਦੇ ਗੋਡੇ ਤੇ ਸੱਟ ਲੱਗ ਤੇ ਉਤੋਂ ਥੋੜਾ ਖੂਨ ਜਿਹੜਾ ਸਿਮਣ ਲੱਗਾ। ਤਾਂ ਗੁਰੂ ਹਰਿਰਾਏ ਸਾਹਿਬ ਜੀ ਜਦੋਂ ਬਾਹਰ ਆਏ ਤਾਂ ਸੰਗਤਾਂ ਨੇ ਦੇਖ ਕੇ ਪੁੱਛਿਆ, ਗੁਰੂ ਸਾਹਿਬ ਜੀ ਇਹ ਕੀ ਹੋਇਆ? ਤਾਂ ਗੁਰੂ ਸਾਹਿਬ ਨੇ ਕਿਹਾ ਕਿ ਮੇਰੇ ਗੁਰੂ ਦੀ ਬਾਣੀ ਪੜ੍ਹੀ ਜਾ ਰਹੀ ਸੀਗੀ, तो जिस करके मैं फटाफट उठ गया कि मेरे गुरु की बाणी बोली जा रही है तो मैं किवें पलंग के उत्ते जड़ा हाँ वो बैठा होया। तो ये गल सुन के जो गुरु हरिराय साहब जी ने उत्थे बचन कहे वो काबले गौर हैं। सुनकर श्री हरिराय उचारे, सुनो सिख तुम हो मम प्यारे, कि तुसी सिख मेरे बहुत प्यारे हो। गुर अनभै विच बाणी रूप जाकी महिमा महा अनूप, पव अगन सागर को तरनी सतगुर सिखन को सुख करनी। कि पव सागर तो पार तरन वाली बाणी है और सतगुर सिखन को सुख करनी। सतगुर जेड़े सिख हैं जेड़े गुरु दे कहने ते चलदे हन उन्होंने सुख कर बख्शती है। जो सिख गुरबाणी पै करे, कि जड़ा सिख गुरबाणी दा अदब करेगा, गुरबाणी में अपने हृदय विच धारेगा, बिन प्रयास पव सागर तरे। उन्होंने ज्यादा कोशिश नहीं करनी पेगी, इस संसार भव सागर जड़ा है उहदे तों वो आराम नाल जड़े हन वो तर जाणगे। जिन पै बाणी अदब ना तारा। फिर अगों ही गल होर गुरु हरिराय साहब ने चेतावनी के तौर पर सारे सिखां नूं दित्ती कि जिन्हां पुरखां ने जिन्हां संगत विचों किसी ने अगर बाणी दा अदब अपने मन विच नहीं तारिया तो जानो सिख नहीं हमारा, वो समझो कि साडा सिख ही नहीं है, वो सिर्फ दर्शनी सिख है। जब तक गुरबाणी दे अंदर मन दे विच शरदा नहीं है, प्यार नहीं है, सत्कार नहीं है, अदब नहीं है, तां वो सिख जड़ा है वो मुकम्मल सिख नहीं है। मम जागे की एहो निशानी, कहंदे ए अंदर दे जागन दी, मन दे जागन दी ये निशानी है कि प्रिया लागे सतगुर की बाणी, कि सतगुर की बाणी जड़ी है वो प्यारी लगती है। गुरबाणी विच भी अंकत है, सतगुर की बाणी सत सत कर जानो गुर सिखो, हर करता आप मोह कढ़ाए। तो सतगुर की बाणी जड़ी है वो अकाल पुरख वाहिगुरु ने गुरुआं ते मेहर करके अनुभव बख्श के ये उन्हां दे मुखारबंद तो उचारी है। तो ये साडे सतगुरां दी बाणी है, इस करके इहदा अदब करना बहुत जरूरी है। तो ये जो बचन हैं वो सूरज प्रकाश दे करता कवि मन भाई संतोख सिंह जी जड़े हैं उन्होंने इसनूं अपने जिन पै अदब न बाणी धारा जानो सो सिख नहीं हमारा। गुर प्रताप सूरज रास 10वीं अंशु 21 के उपर ये जड़े हैं बोल हैं दर्ज हैं। तो आस है जिन्होंने सवाल किया है उन्होंने इसका जवाब मिल गया होएगा। होर भी कोई अगर इन्फॉर्मेशन चाहिए हो तो आप बेशक पूछ सकते हो। होइयां भुलां दी गलती। वाहिगुरू जी का खालसा वाहिगुरू जी की फतेह। वीर जी ने बड़े विस्तार सहित सानू ये जो सवाल है उसका उत्तर दिता है और स्पष्ट नाल ही किया। जिन्होंने सवाल करता है उन्होंने देख लेना प्लीज़। उन्होंने दसता है कि गुर प्रताप सूरज विच जिहड़ा कि कवि संतोख सिंह जी ने लिखिया ਉਹਦੇ ਵਿੱਚ ਇਹ ਜਿਹੜੇ ਬਚਨ ਨੇ ਉਹ ਤੋਂ ਸਾਨੂੰ ਮਿਲਦੇ ਨੇ। तो साध संगत जी मैं बेनती करदे हां भी कई वारी ऐसे भी विचार विच आ जांदी, कई लोग पुछदे ने लो जी गुरु ग्रंथ साहिब विच सिर्फ 6 गुरु साहिबान दी बाणी है, बाकी गुरुओं दी क्यों नहीं बाणी, उन्होंने क्यों नहीं उचारी जिवें कि 6वें 7वें 8वें गुरु साहिबान सच्चे पातशाह ने। मैं एक बेनती करदे हां कि पहली गल तो है कि हरेक सिख नूं इन्नी शरधा होनी चाहिए है अपने गुरु साहिबान ते कि ये जो लफ्ज़ ही वरतना ना क्यों या किंतु परंतु ये लफ्ज़ क्यों है ये चंगा नहीं है। घट्टो घट असी गुरु साहिबान बारे ये क्यों लफ्ज़ बोली जी क्यों नहीं उचारी भी तुसीं दसो भी उन्हों की महिमा इन्नी अपरपार है, उन्हों की रची हुई सारी जिहड़ी है कायनात है जिहड़ी वाहिगुरू जी ने रची है और जिहड़े गुरु महाराज ने साडे कारनामे कीते ने परोपकार कीता है वो तो गिणती च नहीं आ सकते। तो असी किस तरीके दे नाल ये सवाल कर सकते हैं। घट्टो घट मैनू ये ठीक नहीं लगता जिस वेले पुछदा जी फलाने गुरु ने क्यों नहीं उचारी। भाई गुरुआं बारे क्यों लफ्ज़ जिहड़ा वरतना ना ये एक सिख नूं शोभदा नहीं है।
ਤੇ ਸਾਨੂੰ ਇਹ ਕਦੀ ਵੀ ਮਨ 'ਚ ਐਸਾ ਨਹੀਂ ਲੈਣਾ ਚਾਹੀਦਾ। ਹਾਂ, ਇਹ ਸਵਾਲ ਜਿਹੜਾ ਵੀਰ ਜੀ ਨੇ ਪੁੱਛਿਆ ਕਿ ਇਹ ਜਿਹੜੇ ਕਿਹਨੇ ਉਚਾਰੇ ਨੇ, ਇਹ ਬਿਲਕੁਲ ਠੀਕ ਹੈ, ਇਹ ਯੋਗ ਹੈ ਔਰ ਸਾਨੂੰ ਤੇਜਿੰਦਰ ਸਿੰਘ ਜੀ ਨੇ ਇਹਦੀ ਕਲੈਰਿਟੀ ਵੀ ਦੇ ਦਿੱਤੀ ਹੈ। ਔਰ ਇੱਥੋਂ ਸਾਨੂੰ ਪਤਾ ਵੀ ਲੱਗਦਾ ਕਿ ਗੁਰਬਾਣੀ ਦਾ ਕਿੰਨਾ ਕੁ ਅਦਬ ਹੈ। ਪਿਛਲੇ ਦਿਨਾਂ 'ਚ ਵਿਚਾਰ ਵਿੱਚ ਇੱਕ ਵੀਰ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਬਾਰੇ ਵੀ ਦੱਸਿਆ ਸੀਗਾ ਕਿ ਉਹ ਬਾਣੀ ਦਾ ਕਿੰਨਾ ਕੁ ਸਤਿਕਾਰ ਕਰਦੇ ਸੀਗੇ। ਭਾਈ ਗੋਪਾਲਾ ਜੀ ਦੀ ਸਾਖੀ ਸੁਣਾਈ ਸੀ। ਤਾਂ ਖੈਰ ਵੀਰ ਤੇਜਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਇਹ ਕਾਫਲਾ ਜਿਹੜਾ ਚੱਲਦਾ ਰਹੇ ਜੀ। ਤੋ ਇੱਕ ਹੋਰ ਸਵਾਲ, ਇਹ 2 ਹਫ਼ਤੇ ਪਹਿਲੇ ਜਿਸ ਵੇਲੇ ਵੀਰ ਤੇਜਿੰਦਰ ਸਿੰਘ ਜੀ ਬੁੰਗਿਆਂ ਦੀ ਔਰ ਅਖਾੜਿਆਂ ਦੀ ਸਾਨੂੰ ਪੂਰੀ ਜਿਹੜੀ ਹਿਸਟਰੀ ਦੱਸ ਰਹੇ ਸਨ ਵੀ ਕੀ ਸਾਨੂੰ ਕਿੱਦਾਂ ਬਣੇ ਕੀ ਹੈ, ਤਾਂ ਉਸ ਵੇਲੇ ਸੰਗਤ ਵਿੱਚੋਂ ਸਵਾਲ ਆਇਆ ਸੀਗਾ ਕਿ ਬੁੰਗਿਆਂ ਨੂੰ ਤਾਂ ਢਾਹ ਦਿੱਤਾ ਗਿਆ, ਪਰ ਅਰਦਾਸ ਵਿੱਚ ਅੱਜ ਵੀ ਅਸੀਂ ਕਹਿੰਦੇ ਹਾਂ ਕਿ ਝੰਡੇ ਬੁੰਗੇ ਜੁਗੋ ਜੁਗ ਅਟਾ। ਤੇ ਇਹ ਉਹਨਾਂ ਦੇ ਮਨ 'ਚ ਇੱਕ ਖਦਸ਼ਾ ਆਇਆ ਜਾਂ ਸਵਾਲ ਆਇਆ, ਤੇ ਅਸੀਂ ਸਰ ਅਜੀਤ ਸਿੰਘ ਨੂੰ ਬੇਨਤੀ ਕੀਤੀ ਸੀ ਕਿ ਆਓ ਇਹਦੇ ਬਾਰੇ ਦੱਸੋ ਵੀ ਆਇਆ ਜੇ ਬੁੰਗੇ ਢਾਹ ਹੀ ਦਿੱਤੇ ਗਏ ਨੇ ਤਾਂ ਅਸੀਂ ਜੁਗੋ ਜੁਗ ਅਟਲ ਦੀ ਅਰਦਾਸ ਕਿਸ ਲਈ ਕਰਦੇ ਹਾਂ। ਸਰ ਅਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਤੇਜਿੰਦਰ ਸਿੰਘ ਜੀ ਨੇ ਪਿਛਲੇ ਦਿਨੀ ਬੁੰਗਿਆਂ ਦੇ ਬਾਰੇ ਸਾਨੂੰ ਖੋਜ ਭਰਪੂਰ ਜਾਣਕਾਰੀ ਦਿੱਤੀ ਸੀ ਔਰ ਦੱਸਿਆ ਸੀ ਕਿ ਬੁੰਗਾ ਲਫ਼ਜ਼ ਫਾਰਸੀ ਦਾ ਸ਼ਬਦ ਹੈ ਜਿਹਦਾ ਅਰਥ ਰਿਹਾਇਸ਼ੀ ਥਾਂ, ਇਮਾਰਤ, ਤੰਬੂ ਜਾਂ ਦੂਜੇ ਲਫ਼ਜ਼ਾਂ ਵਿੱਚ ਕਹਿ ਸਕਦੇ ਹਾਂ ਇੱਕ ਅਦਾਰਾ ਜਾਂ ਇੱਕ ਸੰਸਥਾ। ਗੁਰਦੁਆਰਿਆਂ ਦੇ ਨਾਲ ਲੱਗਦੇ ਉਹ ਰਿਹਾਇਸ਼ੀ ਸਥਾਨ, ਉਹ ਟਿਕਾਣੇ ਜਿੱਥੇ ਕੌਮੀ ਰਵਾਇਤਾਂ ਦੀ ਬਰਕਰਾਰੀ ਲਈ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਜਾਂ ਯਾਤਰੀਆਂ ਦੇ ਰਹਿਣ ਲਈ ਪ੍ਰਬੰਧ ਕੀਤਾ ਗਿਆ, ਬੰਦੋਬਸਤ ਕੀਤਾ ਗਿਆ। ਸਿੱਖ ਸ਼ਬਦਾਵਲੀ ਵਿੱਚ ਉਹਨਾਂ ਨੂੰ ਬੁੰਗੇ ਕਿਹਾ ਜਾਂਦਾ ਹੈ, ਉਹਦਾ ਨਾਮ ਬੁੰਗਾ ਹੈ। ਤੋ ਸਿੱਖ ਰਵਾਇਤਾਂ ਦਾ ਜਿਹੜਾ ਸੈਂਟਰ ਕੇਂਦਰ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ, ਜੇ ਅਸੀਂ ਇਹਦੇ ਖਿਆਲ ਨੂੰ ਕਰਦੇ ਹਾਂ, ਚੰਗੀ ਤਰ੍ਹਾਂ ਵੇਖਦੇ ਹਾਂ, ਤੇ 6 ਪ੍ਰਕਾਰ ਦੇ ਬੁੰਗੇ ਮਿਲਦੇ ਸਨ। ਇਹਨਾਂ ਦਾ ਜ਼ਿਕਰ ਵੀਰ ਤੇਜਿੰਦਰ ਸਿੰਘ ਜੀ ਕਰ ਚੁੱਕੇ। ਮੈਂ ਸਿਰਫ ਸੰਖੇਪ ਵਿੱਚ ਜ਼ਿਕਰ ਕਰਨਾ ਚਾਹਾਂਗਾ, ਤਦ ਕਿ ਸਵਾਲ ਦੀ ਸਪਸ਼ਟਤਾ ਤਾਂ ਹੀ ਹੋਏਗੀ ਜੇ ਅਸੀਂ ਇਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਾਂਗੇ। ਪਹਿਲਾਂ ਗਿਆਨੀਆਂ ਦਾ ਬੁੰਗਾ ਮਿਲਦਾ ਸੀ, ਜਿੱਥੇ ਗੁਰਬਾਣੀ, ਇਹ ਬੁੰਗੇ ਗੁਰਬਾਣੀ ਅਧਿਐਨ ਦੇ ਬੁੰਗੇ ਸਨ। ਗੁਰਮੁਖੀ ਅੱਖਰਾਂ ਦਾ ਅੱਖਰ ਬੋਧ ਇੱਥੇ ਕਰਾਇਆ ਜਾਂਦਾ ਸੀ, ਗੁਰਬਾਣੀ ਦਾ ਪਾਠ ਸਿਖਾਇਆ ਜਾਂਦਾ ਸੀ, ਸ਼ੁੱਧ ਪਾਠ ਕਰਨਾ ਦੱਸਿਆ ਜਾਂਦਾ ਸੀ, ਹੁਕਮ ਕਿਵੇਂ ਲੈਣਾ ਹੈ, ਰਹਾਉ ਨੂੰ ਟੇਕ ਕਿਵੇਂ ਬਣਾਉਣਾ ਹੈ, ਗੁਰਬਾਣੀ ਦਾ ਅਰਥ ਬੋਧ ਤੇ ਗੁਰਬਾਣੀ ਸ਼ਬਦ ਦਾ ਰਹੱਸ ਜਿਹੜਾ ਸੀ, ਜਿਹੜਾ ਉਹਨੂੰ ਖੋਲ ਕੇ ਸਮਝਾਇਆ ਜਾਂਦਾ ਸੀ। ਇਹਨਾਂ ਬੁੰਗਿਆਂ ਦੇ ਵਿੱਚ ਹੀ ਗ੍ਰੰਥੀ ਸਾਹਿਬਾਂ ਦੀ ਸਿਖਲਾਈ ਕੀਤੀ ਜਾਂਦੀ ਸੀ। ਇਹ ਵਿਦਵਤਾ ਵਾਲੇ, ਉੱਚੇ ਸੁੱਚੇ, ਆਚਰਨ ਵਾਲੇ ਗੁਰੂ ਸਾਹਿਬ ਦੇ ਵਜ਼ੀਰ ਹੋਣ ਦਾ ਜਿਹੜਾ ਫਰਜ਼ ਹੈ ਉਹ ਸਮਝ ਸਕਣ ਤੇ ਉਹਨੂੰ ਗੰਭੀਰਤਾ ਦੇ ਨਾਲ ਨਿਭਾ ਸਕਣ। ਛਾਪਾਖਾਨਾ ਚੱਲਣ ਤੋਂ ਪਹਿਲਾਂ, ਜਦੋਂ ਛਾਪੇਖਾਨੇ ਨਹੀਂ ਸੀ ਚੱਲੇ, ਇਹਨਾਂ ਬੁੰਗਿਆਂ ਵਿੱਚ ਗੁਰਬਾਣੀ ਦੀਆਂ ਪੋਥੀਆਂ ਲਿਖਣ ਲਈ ਲਿਖਾਰੀਆਂ ਦੀ ਤਿਆਰੀ ਵੀ ਕਰਵਾਈ ਜਾਂਦੀ ਸੀ। ਇਹਨਾਂ ਬੁੰਗਿਆਂ ਦੇ ਵਿੱਚ ਜਿਹੜੇ ਗਿਆਨੀਆਂ ਦੇ ਬੁੰਗੇ ਸਨ, ਤੋਂ ਗਿਆਨੀਆਂ ਦੇ ਬੁੰਗਿਆਂ ਦੇ ਵਿੱਚ ਜਿਹੜੇ ਪ੍ਰਸਿੱਧ ਬੁੰਗੇ ਜਿਹੜੇ ਇਤਿਹਾਸ ਦੇ ਵਿੱਚ ਨਾਂ ਆਉਂਦੇ ਹਨ, ਉਹ ਜਿਹਨਾਂ ਦਾ ਜ਼ਿਕਰ ਕਰਦੇ ਹਨ ਅੱਜ ਭਾਈ ਗੁਰਦਾਸ ਜੀ, ਭਾਈ ਰਾਮ ਸਿੰਘ ਜੀ, ਭਾਈ ਜੋਗਾ ਸਿੰਘ ਜੀ, ਭਾਈ ਜੱਸਾ ਸਿੰਘ ਜੀ, ਭਾਈ ਕਾਹਨ ਸਿੰਘ ਜੀ ਨਾਭਾ, ਡਾਕਟਰ ਭਾਈ ਅਭੈ ਸਿੰਘ ਜੀ, ਇਹਨਾਂ ਦੇ ਬੁੰਗੇ ਸ਼ਾਮਲ ਸਨ। ਔਰ ਭਾਈ ਸਾਹਿਬ ਬੁੰਗਾ ਭਾਈ ਸਾਹਿਬਾਨ ਕੈਂਥਰ ਵੀ ਇਹਨਾਂ ਦੇ ਬੁੰਗਿਆਂ ਦੇ ਵਿੱਚ ਹੀ ਗਿਣਿਆ ਜਾਂਦਾ ਸੀ, ਜਿਹੜਾ ਗਿਆਨੀਆਂ ਦਾ ਬੁੰਗਾ ਸੀ। ਇਹ ਗਿਆਨੀਆਂ ਦੇ ਬੁੰਗਿਆਂ ਦੇ ਜਿਹੜੀ ਮਹਾਨ ਦੂਜਾ ਸੀ ਰਾਗੀਆਂ ਦਾ ਬੁੰਗਾ, ਜਿੱਥੇ ਕੀਰਤਨ ਦੀ ਸਿਖਲਾਈ ਕਰਾਈ ਜਾਂਦੀ ਸੀ। ਗੁਰਮਤ ਰਾਗਾਂ ਦਾ ਗਿਆਨ, ਪੁਰਾਣੀਆਂ ਰੀਤਾਂ ਦੀ ਸੰਭਾਲ, ਗੁਰੂ ਆਦੇਸ਼ਾਂ ਅਨੁਸਾਰ ਕੀਰਤਨ ਦੀ ਗਾਇਕੀ, ਇਹਨਾਂ ਬੁੰਗਿਆਂ ਦਾ ਮੁੱਖ ਕੰਮ ਸੀ। ਇਹਨਾਂ ਬੁੰਗਿਆਂ ਦਾ ਮੁੱਖ ਕੰਮ ਇਹ ਸੀ ਕੀਰਤਨ ਦੀ ਪਰੰਪਰਾ ਨੂੰ ਸਾਂਭਣਾ, ਇਸ ਦਾ ਵਿਕਾਸ ਕਰਨਾ, ਇਹਨੂੰ ਅੱਗੇ ਚਲਾਉਣਾ। ਇਹਨਾਂ ਬੁੰਗਿਆਂ ਦਾ ਯੋਗਦਾਨ ਸੀ। ਮਹਾਰਾਜਾ ਕਪੂਰਥਲਾ, ਆਹਲੂਵਾਲੀਆ ਬੁੰਗਿਆਂ ਦੇ ਇਹਨਾਂ ਦੇ ਸਰਪ੍ਰਸਤ ਸਨ। ਰਾਜਾ ਫਤਿਹ ਸਿੰਘ ਆਪ ਰਾਗਦਾਰੀ ਦੇ ਮਾਹਰ ਸਨ। ਰਾਜਾ ਫਤਿਹ ਸਿੰਘ ਜੀ ਇਸ ਬੁੰਗੇ ਵਿੱਚ ਕੀਰਤਨ ਤੋਂ ਇਲਾਵਾ ਰਵਾਬ, ਸਰੰਗੀ, ਮਿਰਦੰਗ, ਇਹ ਸਾਜ਼ਾਂ ਦੀ ਸਿਖਲਾਈ ਵੀ ਕਰਾਈ ਜਾਂਦੀ ਸੀ। ਇਹਨਾਂ ਬੁੰਗਿਆਂ ਦੇ ਵਿੱਚ ਜਿਹੜਾ ਰਾਗੀਆਂ ਦੇ ਬੁੰਗੇ ਸਨ, ਬੁੰਗਾ ਭਾਈ ਕਾਹਨ ਸਿੰਘ, ਬੁੰਗਾ ਚੜ੍ਹਤ ਸਿੰਘ, ਬੁੰਗਾ ਧਨਪਤ ਸਿੰਘ, ਬੁੰਗਾ ਅਮਰ ਸਿੰਘ, ਬੁੰਗਾ ਹੀਰਾ ਸਿੰਘ, ਆਹਲੂਵਾਲੀਆ ਦਾ ਬੁੰਗਾ, ਇਹ ਰਾਗ ਦੀ ਅਕੈਡਮੀ, ਕਿ ਦੂਜੇ ਲਫ਼ਜ਼ਾਂ 'ਚ ਇਹਨੂੰ ਰਾਗ ਦੀ ਅਕੈਡਮੀ ਕਿਹਾ ਜਾ ਸਕਦਾ ਹੈ, ਵੀ ਗੁਰਮਤ ਸੰਗੀਤ ਦੀ ਅਕੈਡਮੀ ਜਿਹੜੀ ਸਨ, ਇਹ ਬੁੰਗੇ ਸਨ। ਤੀਜਾ ਅਕਾਲੀਆਂ ਦੇ ਬੁੰਗੇ ਦਾ ਜ਼ਿਕਰ ਆਉਂਦਾ ਹੈ। ਇਹਨਾਂ ਬੁੰਗਿਆਂ ਵਿੱਚ ਸ਼ਸਤਰ ਆਦਿ ਦੀ ਸਿਖਲਾਈ ਕਰਾਈ ਜਾਂਦੀ ਸੀ। ਇਹਨਾਂ ਸਿੰਘਾਂ ਨੂੰ ਤਿਆਰ ਕਰਨ ਦੀਆਂ ਇਹ ਸੰਸਥਾਵਾਂ ਸਨ।
ਇਹਨਾਂ ਨੂੰ ਅਕਾਲੀ ਵੀ ਕਿਹਾ ਜਾਂਦਾ ਸੀ। ਜਿਹੜਾ ਬੁੰਗਾ ਫੂਲਾ ਸਿੰਘ ਜੀ ਦਾ, ਬਾਬਾ ਫੂਲਾ ਸਿੰਘ ਜੀ ਦਾ ਹੈ, ਉਹ ਵੀ ਇਸੇ ਨਾਂ ਦੇ ਨਾਲ ਹੀ ਪ੍ਰਸਿੱਧ ਹੁੰਦਾ ਹੈ। ਇਹਨਾਂ ਨੂੰ ਨਿਹੰਗ ਸਿੰਘਾਂ ਦੀ ਛਾਉਣੀ ਵੀ ਕਿਹਾ ਜਾਂਦਾ ਸੀ। ਇਹਨਾਂ ਨੂੰ ਉਹਨਾਂ ਬੁੰਗਿਆਂ 'ਚ ਗਿਣਿਆ ਜਾਂਦਾ ਸੀ। ਇਹਨਾਂ ਵਿੱਚ ਬੁੰਗਾ ਬਾਬਾ ਦੀਪ ਸਿੰਘ ਜੀ, ਬੁੰਗਾ ਅਟਾਰੀ ਵਾਲਾ, ਬੁੰਗਾ ਬਾਬਾ ਗੁਰਬਖਸ਼ ਸਿੰਘ ਜੀ, ਬੁੰਗਾ ਦੇਵਾ ਸਿੰਘ ਸ਼ਹੀਦ, ਬੁੰਗਾ ਬਾਬਾ ਭਾਗ ਸਿੰਘ, ਬੁੰਗਾ ਮੀਰਾ ਕੋਟੀਆ, ਬੁੰਗਾ ਜੱਸਾ ਸਿੰਘ ਆਲੂਵਾਲੀਆ, ਇਹ ਬੁੰਗੇ ਸਾਰੇ ਇਹਨਾਂ ਦੇ ਵਿੱਚ ਸ਼ਾਮਲ ਕੀਤੇ ਗਏ ਸਨ। ਸੰਪਰਦਾਇ ਬੁੰਗੇ ਹੋਏ ਨੇ ਜਿਹੜੇ ਉਦਾਸੀ ਨਿਰਮਲੇ ਸੰਪਰਦਾਵਾਂ ਨੇ ਸਥਾਪਿਤ ਕੀਤੇ, ਜਿਹੜੇ ਸੰਪਰਦਾਇ ਬੁੰਗੇ ਸੀ। ਇਹਨਾਂ ਵਿੱਚ ਅਖਾੜਾ ਬ੍ਰਹਮ ਬੂਟਾ, ਜਿਹੜਾ ਬਿਲਕੁਲ ਦਰਬਾਰ ਸਾਹਿਬ ਦੇ ਨਾਲ ਲੱਗਦਾ ਸੀ, ਜੱਸਾ ਸਿੰਘ ਰਾਮਗੜੀਏ ਦੇ ਬੁੰਗੇ ਦੇ ਨਾਲ, ਬੁੰਗਾ ਹਜੂਰਾ ਸਿੰਘ, ਸੋਲਾਂ ਵਾਲਾ ਬੁੰਗਾ, ਇਹ ਬੁੰਗੇ ਕੁਛ ਇਸ ਤਰ੍ਹਾਂ ਦੇ ਜਿਹੜੇ ਹਨ ਉਹ ਸਾਨੂੰ ਅੰਮ੍ਰਿਤਸਰ ਦੇ ਵਿੱਚ ਮਿਲਦੇ ਸਨ। ਪੰਜਵਾਂ ਸੀ ਸਰਦਾਰਾਂ ਦੇ ਬੁੰਗੇ। ਇਹ ਬੁੰਗੇ ਮਿਸਲਾਂ ਦੇ ਮੁਖੀਆਂ ਦੇ ਤੇ ਹੋਰ ਬੁੰਗੇ ਸਰਦਾਰਾਂ ਨੇ ਬਣਵਾਏ ਸਨ। ਇਹਨਾਂ ਵਿੱਚ ਉਹਨਾਂ ਦੇ ਇਲਾਕੇ ਦੀਆਂ ਸੰਗਤਾਂ ਆ ਕੇ ਟਿਕਦੀਆਂ ਸਨ, ਜਿਨ੍ਹਾਂ ਦੇ ਇਲਾਕੇ ਤੋਂ ਆਉਂਦੇ। ਜਿਵੇਂ ਅੱਜ ਵੀ ਤੁਸੀਂ ਦੇਖੋਗੇ ਅਨੰਦਪੁਰ ਸਾਹਿਬ ਦੇ ਨੇੜੇ ਜਾਓ ਤਾਂ ਹੋਲੇ ਮਹੱਲੇ ਦੇ ਉੱਤੇ ਬਾਬਿਆਂ ਨੇ ਬੜੇ ਸਥਾਨ ਬਣਾਏ ਹੋਏ ਆ। ਆਪੋ ਆਪਣੇ ਜਿਹੜੇ ਉਹਨਾਂ ਦੇ ਸੇਵਕ ਹੈ ਉੱਥੇ ਆ ਕੇ ਉਹਨਾਂ ਨੂੰ ਰਿਹਾਇਸ਼ੀ ਸਥਾਨ ਦਿੱਤੇ ਜਾਂਦੇ ਆ। ਇਵੇਂ ਹਜ਼ੂਰ ਸਾਹਿਬ ਦੇ ਵਿੱਚ ਵੀ ਬਣਿਆ ਹੋਇਆ। ਇਹ ਉਹਨਾਂ ਇਸੇ ਤਰ੍ਹਾਂ ਹੀ ਇਹ ਸਰਦਾਰਾਂ ਦੇ ਬੁੰਗੇ ਸੀ ਕਿ ਉਹਨਾਂ ਦੇ ਰਿਹਾਇਸ਼ੀ ਜਿਹੜੀਆਂ ਸੰਗਤਾਂ, ਉਹਨਾਂ ਦੇ ਜਿਹੜੀਆਂ ਮਿਸਲਾਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀਆਂ ਮਿਸਲਾਂ ਦੇ ਜਿਹੜੇ ਵਸਨੀਕ ਸੀ ਉੱਥੇ ਆ ਕੇ ਟਿਕ ਜਾਂਦੇ ਸੀ। ਛੇਵਾਂ ਸੀ ਧਰਮ ਬੁੰਗੇ, ਜਿਹੜਾ ਸੰਸਥਾ, ਜਦੋਂ ਅਸੀਂ ਬੁੰਗਿਆਂ ਦੀ ਗੱਲ ਕਰਦੇ ਹਾਂ, ਇਹਨਾਂ 'ਚ ਅਕਾਲ ਬੁੰਗਾ, ਜਿਹਨੂੰ ਅੱਜ ਅਕਾਲ ਤਖਤ ਸਾਹਿਬ ਅਸੀਂ ਕਹਿੰਦੇ ਹਾਂ, ਝੰਡਾ ਬੁੰਗਾ, ਕੋਠੜੀ ਸਾਹਿਬ, ਬੁੰਗਾ ਦੁਖ ਭੰਜਨ, ਇਹ ਬੁੰਗੇ ਇਹਨਾਂ ਸ਼ਾਮਲ ਸਨ। ਤੋ ਇੱਕ ਰਿਪੋਰਟ ਦੇ ਮੁਤਾਬਕ ਜੇ ਅਸੀਂ ਗੱਲ ਕਰਦੇ, ਕੁੱਲ ਵੱਖਰੇ ਵੱਖਰੇ ਵਿਦਵਾਨਾਂ ਨੇ ਇਹਨਾਂ ਦੀ ਗਿਣਤੀ ਵੱਖਰੀ ਵੱਖਰੀ ਵੀ ਹੈ, ਜਿਨ੍ਹਾਂ ਵੀਰ ਤੇਂਦਰ ਸਿੰਘ ਜੀ ਜ਼ਿਕਰ ਕਰ ਚੁੱਕੇ ਹਨ। 84 ਵੀ ਲਿਖਿਆ ਹੈ, ਕਿਸੇ ਨੇ 68 ਵੀ ਲਿਖਿਆ। ਇਸ ਤਰ੍ਹਾਂ ਛੋਟੇ ਮੋਟੇ ਬੁੰਗੇ ਜਿਹੜੇ ਸੀ, ਕੁਝ ਛੋਟੇ ਬੁੰਗੇ ਵੱਡਿਆਂ ਵਿੱਚ ਸਮਾ ਗਏ, ਉਹਨਾਂ ਦੀ ਗਿਣਤੀ ਘਟ ਗਈ, ਵੱਧ ਗਈ, ਇਸ ਤਰ੍ਹਾਂ ਚੱਲਦਾ ਸੀ। ਤੋ 1765 ਇਹ ਬੁੰਗੇ 1765 ਤੋਂ ਲੈ ਕੇ 1833 ਦੇ ਵਿੱਚ ਤਕਰੀਬਨ ਇਹ ਬੁੰਗੇ ਸਥਾਪਿਤ ਕੀਤੇ ਗਏ। ਕੁਝ ਬੁੰਗੇ ਛੇਤੀ ਢੱਟ ਗਏ, ਕਿਉਂਕਿ ਉਸ ਬੁੰਗੇ ਜਿਹੜੇ ਸਨ ਛੇਤੀ ਢੱਟ ਗਏ। ਅਖਾੜਾ ਬ੍ਰਹਮ ਬੂਟਾ ਨੂੰ ਛੱਡ ਕੇ ਬਾਕੀ ਸਾਰੇ ਬੁੰਗੇ ਜਿਹੜੇ ਸਨ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਰੀਦ ਲਏ। ਫਿਰ ਬਾਅਦ ਵਿੱਚ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਰੀਦ ਲਿਆ ਤਾਂ ਕਿ ਦਰਬਾਰ ਸਾਹਿਬ ਦੇ ਸਰੋਵਰ ਦੀ ਪਰਿਕਰਮਾ ਜਿਹੜੀ ਹੈ ਉਹ ਚੌੜੀ ਹੋ ਸਕੇ। ਇਹਨਾਂ ਬੁੰਗਿਆਂ ਵਿਚਲੇ ਕਾਰਜ ਨੂੰ ਸੰਭਾਲਣ ਦਾ ਇੰਤਜ਼ਾਮ ਨਹੀਂ ਕੀਤਾ ਗਿਆ। ਚਾਹੀਦਾ ਤਾਂ ਇਹ ਸੀ ਵੀ ਜੇ ਉਹ ਢਾਹ ਦਿੱਤੇ ਜਾਂ ਕਰ ਦਿੱਤੇ ਗਏ ਤਾਂ ਉਹਨਾਂ ਨੂੰ ਕਿਰਪਾ ਕਰਕੇ ਇਹ ਸ਼੍ਰੋਮਣੀ ਕਮੇਟੀ ਜਿਹੜੀ ਸੀ ਸਾਂਭਦੀ, ਤੇ ਉਹ ਕੰਮ ਜਿਹੜਾ ਹੁੰਦਾ ਸੀ ਉਹਨਾਂ ਕਾਰਜਾਂ ਨੂੰ ਵੀ ਸੰਭਾਲਿਆ ਜਾਂਦਾ। ਪਰ ਉਹ ਕਾਰਜ ਸੰਭਾਲਣ ਦਾ ਬਹੁਤਾ ਗੰਭੀਰਤਾ ਨਾਲ ਯਤਨ ਜਿਹੜਾ ਸੀ ਉਹ ਨਹੀਂ ਕੀਤਾ ਗਿਆ। ਇਹਨਾਂ ਬੁੰਗਿਆਂ ਦੀ ਇੱਕ ਵੱਡੀ ਦੇਣ ਹੈ, ਵਿਦਿਅਕ ਦੇਣ ਵੀ ਹੈ, ਸੱਭਿਆਚਾਰਕ ਦੇਣ ਵੀ ਹੈ, ਸਾਹਿਤਕ ਦੇਣ ਵੀ ਹੈ, ਜਿਹੜੇ ਇਹ ਬੁੰਗੇ ਸਨ। ਇਹਨਾਂ ਵਿੱਚੋਂ ਹੀ ਇਹ 16 ਵਾਲੇ ਬੁੰਗੇ ਦੇ ਜਿਹੜੇ ਸੰਤ ਕਵੀ ਨਿਹਾਲ ਸਿੰਘ ਜਿਹੜੇ ਹੈ, ਜਿਨ੍ਹਾਂ ਦੀਆਂ ਕਵਿਤਾਵਾਂ ਬਹੁਤ ਕਮਾਲ ਦੀਆਂ ਹਨ, ਜਿਨ੍ਹਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਅਦਬ ਸਤਿਕਾਰ ਦੇ ਉੱਤੇ ਵੀ ਕਵਿਤਾ ਲਿਖੀਆਂ ਹਨ, ਜਿਨ੍ਹਾਂ ਨੇ ਇਹ ਵੀ ਗੱਲ ਲਿਖੀ ਹੈ, ਮੋਕੋ ਤੋਂ ਭਰੋਸਾ ਗੁਰੂ ਗ੍ਰੰਥ ਜੀ ਮਹਾਰਾਜ ਤੇ। ਕਵੀ ਨਿਹਾਲ ਸਿੰਘ ਦੀ ਕਵਿਤਾਵਾਂ ਬਹੁਤ ਪਿਆਰੀਆਂ ਕਵਿਤਾਵਾਂ ਹਨ ਜਿਹੜੀਆਂ ਉਹਨਾਂ ਨੇ ਲਿਖੀਆਂ। ਉਹ ਵੀ ਇੱਥੇ ਇਹਨਾਂ ਬੁੰਗਿਆਂ ਦੇ ਵਿੱਚੋਂ ਹੀ ਪੈਦਾ ਹੋਏ। ਇਹਨਾਂ ਬੁੰਗਿਆਂ ਦੇ ਵਿੱਚ ਉਹਨਾਂ ਦੇ ਬੁੰਗੇ ਵੀ ਜਿਹੜੇ ਸਨ ਇੱਥੇ ਸਨ, ਵਿਦਵਾਨਾਂ ਦੇ ਬੁੰਗੇ ਵੀ ਸਨ। ਔਰ ਇਹ ਬੁੰਗੇ ਇਹ ਕਹਿ ਸਕਦੇ ਹਾਂ ਕਿ ਸਿੱਖ ਰਵਾਇਤਾਂ ਦੇ ਜਿਹੜੇ ਸਨ ਉਹ ਸਾਨੂੰ ਸੰਦੇਸ਼ਾ ਦਿੰਦੇ ਸੀ। ਪਰ ਇਹਨਾਂ ਬੁੰਗਿਆਂ ਦੀ ਅਟਲਤਾ ਅਰਦਾਸ ਵਿੱਚ ਕਿਉਂ ਮੰਗੀ ਜਾਂਦੀ ਹੈ? ਬੁੰਗਿਆਂ ਦੀ ਅਟਲਤਾ ਜਾਂ ਜੁਗੋ ਜੁਗ ਅਟਲ ਕਹਿਣ ਦਾ ਮਤਲਬ ਇਹ ਇਮਾਰਤ ਜਾਂ ਹੋਰ ਚੀਜ਼ ਨਹੀਂ ਹੈ। ਜਿਹੜੀ ਗੱਲ ਸਾਨੂੰ ਦੇਖਣ ਦੀ ਲੋੜ ਹੈ ਕਿ ਬੁੰਗਿਆਂ ਦੇ ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟਲ ਅਸੀਂ ਗੱਲ ਕਰਦੇ ਹਾਂ। ਜਿਹੜੀ ਅਰਦਾਸ ਦਾ ਪਹਿਰਾ ਅਸੀਂ ਪੜ੍ਹਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤ ਸਾਹਿਬ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਇੱਥੇ ਜੁਗੋ ਜੁਗ ਅਟਲ ਦਾ ਮਤਲਬ ਕੋਈ ਇਮਾਰਤਾਂ ਜਾਂ ਹੋਰ ਚੀਜ਼ਾਂ ਦੀ ਗੱਲ ਨਹੀਂ ਕੀਤੀ। ਇੱਥੇ ਜਿਹੜੀ ਗੱਲ ਕੀਤੀ ਹੈ ਜੁਗੋ ਜੁਗ ਹੋਣ ਦਾ ਜਿਹੜਾ ਜੋ ਜਵਾਬ ਹੈ, ਇੱਕ ਭਾਵਨਾਤਮਕ ਨਿਸ਼ਾਨਾ ਹੈ ਸਾਡਾ ਕਿ ਇਹ ਜਿਹੜੇ ਅਖਾੜੇ ਜਾਂ ਸਾਡੀਆਂ ਵਿਦਿਅਕ ਸੰਸਥਾਵਾਂ ਹਨ, ਜਾਂ ਸਾਡੇ ਅਦਾਰੇ ਸਿਖਲਾਈ ਦੇ ਹਨ, ਜਾਂ ਸਾਡੇ ਜੰਗਾਂ ਯੁੱਧਾਂ ਦੀ ਸਿਖਲਾਈ ਦੇ ਕੇਂਦਰ ਹਨ, ਇਹ ਸਦਾ ਹੀ ਸੁਰਜੀਤ ਰਹਿਣੇ ਚਾਹੀਦੇ ਹਨ। ਇਹ ਇਮਾਰਤ ਦਾ ਇਹਦਾ ਜ਼ਿਕਰ ਨਹੀਂ ਇੱਥੇ ਆਉਂਦਾ ਵੀ ਇਹਨੂੰ ਇਮਾਰਤ ਨੂੰ, ਕਿਉਂਕਿ ਇਮਾਰਤ ਹਮੇਸ਼ਾ ਢਹਿ ਜਾਂਦੀਆਂ ਹਨ। ਸੰਸਾਰ ਦੇ ਵਿੱਚ ਕੇਵਲ ਤਾਂ ਕੇਵਲ ਜੁਗੋ ਜੁਗ ਅਟਲ ਰਹਿਣ ਵਾਲੀ ਹਸਤੀ ਅਕਾਲ ਪੁਰਖ ਵਾਹਿਗੁਰੂ ਜਾਂ ਗੁਰੂ ਸਾਹਿਬਾਨ, ਜਿਨ੍ਹਾਂ ਦੀ ਸਿੱਖਿਆ ਜੁਗੋ ਜੁਗ ਅਟਲ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਹੋਰ ਕੋਈ ਹਸਤੀ ਐਸੀ ਨਹੀਂ ਹੈ ਜਿਹੜੀ ਸਦੀਵੀ ਜਿਹੜੀ ਉਹ ਰਹਿ ਸਕੇ। ਇਸ ਵਾਸਤੇ ਇੱਕ ਭਾਵਨਾਤਮਕ ਸੰਦੇਸ਼ ਸਾਨੂੰ ਦਿੰਦੇ ਨੇ ਕਿ ਇਹਨਾਂ ਦੇ ਅੰਦਰ ਜੋ ਕੰਮ ਹੁੰਦੇ ਸੀ ਉਹ ਬੁੰਗਿਆਂ ਦੇ ਵਿੱਚ ਉਸ ਕੰਮਾਂ ਨੂੰ ਕੌਮ ਸੰਭਾਲ ਕੇ ਰੱਖੇ।
ਠੀਕ ਹੈ ਅੱਜ ਸਾਡੇ ਉਹ ਅਸੀਂ ਉਹਨੂੰ ਨਹੀਂ ਸੰਭਾਲ ਸਕੇ, ਸਾਡੇ ਅੰਦਰ ਕਮਜ਼ੋਰੀਆਂ ਆ ਗਈਆਂ, ਕੀਰਤਨ ਦੀ ਸਿਖਲਾਈ ਅਸੀਂ ਉਸ ਢੰਗ ਨਾਲ ਨਹੀਂ ਕਰਾ ਸਕੇ। ਅੱਜ ਸਾਡੇ ਕੋਲ ਉਹ ਜੋ ਉਹਨਾਂ ਮੁੰਗਿਆਂ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ ਉਹ ਸਿਖਲਾਈ ਨਹੀਂ ਹੈ। ਇਸੇ ਕਰਕੇ ਕੀਰਤਨ ਦਾ ਮਿਆਰ ਜਿਹੜਾ ਹੈ ਉਹ ਵੀ ਦਿਨ ਬ ਦਿਨ ਥੱਲੇ ਨੂੰ ਜਾਂਦਾ ਕਿਉਂ ਜਾਂਦਾ? ਕਿ ਉਹਨਾਂ ਦੀ ਸਿਖਲਾਈ ਉਸ ਮੁਤਾਬਕ ਨਹੀਂ ਹੋਈ ਜਿਹੜੀ ਹੁੰਦੀ ਸੀ। ਤਾਂ ਇੱਥੇ ਜੁਗੋ ਜੁਗ ਟਲ ਦਾ ਮਤਲਬ ਹੈ ਉਹ ਸਿਧਾਂਤ, ਉਹ ਚੀਜ਼ਾਂ, ਉਹ ਗੁਰਬਾਣੀ, ਉਹ ਇਤਿਹਾਸ ਤੇ ਉਹ ਸਾਡੀਆਂ ਪਰੰਪਰਾਵਾਂ ਜਿਹੜੀਆਂ ਹਨ ਉਹ ਸਦਾ ਕਾਇਮ ਰਹਿਣੀਆਂ ਚਾਹੀਦੀਆਂ ਹਨ। ਜਿੱਥੋਂ ਸਿੱਖ ਸਿੱਖੀ ਸਿੱਖ ਸਕੇ, ਸਿੱਖ ਸਿੱਖੀ ਦੀ ਗੱਲ ਕਰ ਸਕੇ, ਸਿੱਖ ਸਿੱਖੀ ਦੇ ਕੇਂਦਰਾਂ ਨੂੰ ਯਾਦ ਕਰਦਾ ਰਹੇ, ਆਪਣੇ ਕੇਂਦਰ ਦਰਬਾਰ ਸਾਹਿਬ ਦੇ ਨਾਲ ਜੁੜਿਆ ਰਹੇ ਔਰ ਇੱਥੋਂ ਸਦਾ ਹੀ ਆਪਣੇ ਅੰਦਰ ਦੀ ਠੰਡ ਜਿਹੜੀ ਹੈ ਉਹ ਲੈਂਦਾ ਰਹੇ। ਇਹ ਜੁਗੋ ਜੁਗ ਟਲ ਰਹਿਣ ਦਾ ਮਕਸਦ ਇਹ ਹੈ, ਕਿਸੇ ਇਮਾਰਤ ਜਾਂ ਹੋਰ ਚੀਜ਼ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਇੱਕ ਭਾਵਨਾਤਮਕ ਪ੍ਰਗਟਾਵਾ ਹੈ ਸਾਡਾ ਜੋ ਅਰਦਾਸ ਹੈਗੇ, ਜਿਹਦੀ ਮੰਗ ਅਸੀਂ ਰੋਜ਼ ਕਰਦੇ ਹਾਂ ਕਿ ਸਾਡੇ ਉਹ ਸਿਧਾਂਤ ਕਾਇਮ ਰਹਿਣੇ ਚਾਹੀਦੇ ਹਨ, ਜੁਗੋ ਜੁਗ ਟਲ ਹਰ ਸਮੇਂ ਕਾਇਮ ਰਹਿਣੇ ਚਾਹੀਦੇ ਹਨ, ਜਿਨ੍ਹਾਂ ਤੋਂ ਅਸੀਂ ਸਿੱਖੀ ਸਿੱਖ ਕੇ ਦੂਜਿਆਂ ਨੂੰ ਵੰਡਦੇ ਰਹੇ ਹਾਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵਨਾਤਮਕ ਸੰਬੰਧ ਜਿਹੜਾ ਹੈ ਉਹ ਸਾਡਾ ਬਣਿਆ ਰਹੇ, ਬੜੀ ਪਤੇ ਦੀ ਗੱਲ ਕਹੀ ਹੈ। ਤੋ ਸਾਧ ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ ਕਿ ਸਾਡੀ ਵਿਰਾਸਤ ਬਹੁਤ ਅਮੀਰ ਹੈ। ਉਹਦਾ ਕਾਰਨ ਇਹ ਹੈ ਕਿ ਗੁਰੂ ਸਾਹਿਬਾਨ ਨੇ ਕੇਵਲ ਧਾਰਮਿਕ ਰਸਮਾਂ ਨਹੀਂ ਕੀਤੀਆਂ। ਇਹ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮਤਾਂ ਵਿੱਚ ਧਾਰਮਿਕ ਰਸਮਾਂ ਤੱਕ ਸੀਮਤ ਹੁੰਦੇ ਨੇ। ਗੁਰੂ ਸਾਹਿਬਾਨ ਨੇ ਧਾਰਮਿਕ ਰਸਮਾਂ ਤੱਕ ਸੀਮਤ ਨਹੀਂ ਰੱਖਿਆ ਕੰਮ। ਉਹਨਾਂ ਨੇ ਤੇ ਐਸੇ ਕੰਮ ਕੀਤੇ ਨੇ, ਜੇ ਆਪਾਂ ਗਿਣਨੇ ਸ਼ੁਰੂ ਕਰੀਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲੰਗਰ ਪ੍ਰਥਾ ਚਾਲੂ ਕੀਤੀ, ਜਿਹਦੇ ਨਾਲ ਊਚ ਨੀਚ ਦਾ ਗੱਲ ਖਤਮ ਹੋ ਜਾਏ, ਗਰੀਬ ਅਮੀਰ ਦੀ ਗੱਲ ਖਤਮ ਹੋ ਜਾਏ। ਜਿਸ ਸੋਸ਼ਲਿਸਟਿਕ ਪੈਟਰਨ ਨੂੰ ਅੱਜ ਲੋਕੀ ਕਹਿੰਦੇ ਨੇ, ਉਹਦਾ ਤਾਂ ਫਾਊਂਡਰ ਗੁਰੂ ਨਾਨਕ ਪਾਤਸ਼ਾਹ ਆਪ ਹੈ। ਜੇ ਦੂਜੇ ਪਾਤਸ਼ਾਹ ਨੇ ਤੁਸੀਂ ਦੇਖੋ ਮਲ ਖਾੜੇ ਰਚੇ ਔਰ ਵਿਦਿਆ ਦਾ ਪ੍ਰਸਾਰ ਕੀਤਾ, ਮਤਲਬ ਸਿਹਤ ਪੱਖੋਂ ਵੀ ਤੇ ਵਿਦਿਆ ਪੱਖੋਂ ਵੀ। ਇਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਵੀ ਬੋਲੀ ਰਚ ਕੇ, ਕਿਉਂਕਿ ਲੋਕਾਂ ਦੇ ਮਨ 'ਚ ਵਹਿਮ ਸੀਗਾ ਬਈ ਚੱਲਦਾ ਪਾਣੀ ਜਿਹੜਾ ਉਹ ਪਿੱਟਦਾ ਨਹੀਂ ਤੇ ਖੜਾ ਪਿੱਟ ਜਾਂਦਾ, ਤੇ ਮਹਾਰਾਜ ਨੇ ਕੋਈ ਗੱਲ ਨਹੀਂ, ਤੁਹਾਨੂੰ ਮੈਂ ਖੜੇ ਪਾਣੀ ਵਿੱਚ ਝੁੱਬੀਆਂ ਲਵਾਵਾਂਗਾ, ਔਰ ਅੱਜ ਤੱਕ ਲੱਗ ਰਹੀਆਂ ਨੇ। ਤਾਂ ਮੇਰੇ ਕਹਿਣ ਦਾ ਮਤਲਬ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਤੁਸੀਂ ਦੇਖੋ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਰਚਨਾ ਹੈ, ਉਹ ਸ਼ਹਿਰ ਹੀ ਜਿਹੜਾ 52 ਕਿੱਤਿਆਂ ਵਾਲਾ ਸ਼ਹਿਰ ਬਣਾਇਆ। ਭਾਵ ਇਹ ਹੈ ਕਿ ਦੂਰ ਦੁਰਾਡੇ ਤੋਂ ਲੋਕਾਂ ਨੂੰ ਲਿਆ ਕੇ ਉਹਨਾਂ ਨੂੰ ਰੁਜ਼ਗਾਰ ਵੀ ਦਿੱਤਾ, ਉਹਨਾਂ ਨੂੰ ਰਿਹਾਇਸ਼ ਵੀ ਦਿੱਤੀ, ਔਰ ਨਾਲ ਇਤਿਹਾਸ 'ਚ ਆਉਂਦਾ ਕਿ ਉਹਨਾਂ ਨੇ ਇਹ ਵੀ ਕਿਹਾ ਜਿੰਨਾ ਚਿਰ ਤੁਹਾਡੇ ਕੰਮ ਕਰ ਨਹੀਂ ਚੱਲਦੇ, ਤੁਹਾਡਾ ਲੰਗਰ ਪਾਣੀ ਗੁਰੂ ਘਰ 'ਚ। ਇੱਕ ਬੜਾ ਵੱਡਾ ਇੱਕ ਹਰ ਜ਼ਿੰਦਗੀ ਦੇ ਹਰ ਖੇਤਰ 'ਚ ਕ੍ਰਾਂਤੀ ਲਿਆਉਣ ਵਾਲਾ ਇਹ ਸਾਡਾ ਸਮਾਜ ਹੈ, ਸਾਡੇ ਗੁਰੂ ਸਾਹਿਬਾਨ ਨੇ ਪਰਉਪਕਾਰ ਕੀਤਾ। ਸਾਨੂੰ ਸ਼ਾਇਦ ਪੂਰੀ ਤਰ੍ਹਾਂ ਯਾਦ ਨਹੀਂ ਹੈ, ਸਾਨੂੰ ਉਹ ਜਿਹੜੇ ਗੁਰੂ ਸਾਹਿਬਾਨ ਨੇ ਕੰਮ ਕੀਤੇ ਨੇ, ਸਾਨੂੰ ਹਰ ਕੰਮ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਤਾਂ ਇਸੇ ਤਰ੍ਹਾਂ ਜਿਹੜੀ ਅੱਜ ਝੰਡਿਆਂ ਬੁੱਗਿਆਂ ਦੀ ਗੱਲ ਚੱਲੀ ਹੈ, ਸਾਧ ਸੰਗਤ ਜੀ, ਮੈਂ ਬੇਨਤੀ ਕੀਤੀ ਹੈ ਕਿ ਸਾਡੀ ਵਿਰਾਸਤ ਬਹੁਤ ਅਮੀਰ ਹੈ, ਪਰ ਸਾਡੇ 'ਚ ਇੱਕ ਕਮੀ ਇਹ ਹੈ ਕਿ ਅਸੀਂ ਆਪਣੀ ਵਿਰਾਸਤੀ ਨਿਸ਼ਾਨੀਆਂ ਹੀ ਖਤਮ ਕਰ ਦਿੱਤੀਆਂ। ਕਿੱਥੇ ਗਏ ਬੜੇ ਜਿੱਥੇ ਕਾਰਨਾਮੇ ਹੋਏ ਨੇ, ਉੱਥੇ ਉਹ ਇੱਟਾਂ ਨਹੀਂ ਲੱਭਦੀਆਂ, ਉਹ ਜਗ੍ਹਾ ਨਹੀਂ ਲੱਭਦੀ, ਉਹ ਸੀਨ ਸਾਡੇ ਸਾਹਮਣੇ ਨਹੀਂ ਆ ਸਕਦਾ, ਕਿਉਂਕਿ ਸਾਰਿਆਂ ਨੂੰ ਕਿਤੇ ਸੰਗਮਰਮਰ ਨਾਲ, ਕਿਤੇ ਸੋਨੇ ਨਾਲ ਢੱਕ ਦਿੱਤਾ। ਜਿਹੜੀਆਂ ਚੀਜ਼ਾਂ ਸਾਨੂੰ ਸਾਂਭ ਕੇ ਰੱਖਣੀਆਂ ਚਾਹੀਦੀਆਂ ਸਨ, ਈਵਨ ਇੱਥੋਂ ਤੱਕ ਕਿ ਜਿਸ ਵੇਲੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਉੱਥੇ ਜਿਸ ਵੇਲੇ ਗੋਲੀਆਂ ਲੱਗੀਆਂ ਨੇ, ਉਹ ਗੋਲੀਆਂ ਦੇ ਛੇਕ ਵੀ ਤੁਹਾਨੂੰ ਨਹੀਂ ਲੱਭਦੇ। ਅਕਾਲ ਤਖਤ ਸਾਹਿਬ ਨੂੰ ਜਿਸ ਤਰ੍ਹਾਂ ਢਹਿ ਢੇਰੀ ਕੀਤਾ ਗਿਆ, ਉਹ ਮੁੜ ਕੇ ਇੱਕਦਮ ਸਰਕਾਰ ਨੇ ਉਸਾਰ ਦਿੱਤਾ, ਅਸੀਂ ਵੀ ਨਾਲ ਲੱਗ ਪਏ ਹਾਂ। ਤਾਂ ਸਾਨੂੰ ਵਿਰਾਸਤ ਬਹੁਤ ਅਮੀਰ ਮਿਲੀ ਹੈ, ਪਰ ਸਾਨੂੰ ਸਤਿਗੁਰੂ ਕਿਰਪਾ ਕਰਨ ਸੋਝੀ ਆਵੇ ਕਿ ਵਿਰਾਸਤ ਨੂੰ ਸਾਂਭ ਕੇ ਵੀ ਰੱਖੀਏ। ਤੁਸੀਂ ਦੇਖੋ ਸਾਡੇ ਜਿੰਨੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੇ, ਉਹਨਾਂ 'ਚ ਇਤਿਹਾਸਕ ਨਿਸ਼ਾਨੀਆਂ ਤਾਂ ਲੱਭਦੀਆਂ ਨਹੀਂ। ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਗੁਰਦੁਆਰਾ ਬੇਰ ਸਾਹਿਬ ਚਲੇ ਜਾਓ ਤੇ ਤੁਹਾਨੂੰ ਕੀ ਲੱਭਦਾ, ਜਾਂ ਤੁਸੀਂ ਦੇਖੋ ਇੱਧਰ ਆਪਣਾ ਜਿੱਥੇ ਮੈਂ ਗੱਲ ਕਰ ਰਿਹਾ ਫਤਿਹਗੜ੍ਹ ਸਾਹਿਬ ਦੀ, ਉਹਦੀਆਂ ਨਿਸ਼ਾਨੀਆਂ ਕਿੱਥੇ ਲੱਭਦੀਆਂ? ਹਾਂ, ਜਿਹੜੀ ਚੀਜ਼ ਸਾਂਭਣ ਵਾਲੀ ਉਹ ਸਾਂਭੀ ਨਹੀਂ। ਦੀਵਾਨ ਟੋਡਰਮਲ ਜਿਹਨੇ ਐਡੀ ਮਤਲਬ ਪਰਉਪਕਾਰ ਦੀ ਗੱਲ ਕੀਤੀ, ਤੁਹਾਨੂੰ ਸਾਰਿਆਂ ਨੂੰ ਇਤਿਹਾਸ ਪਤਾ ਹੈ ਕਿ ਸੋਨੇ ਦੀਆਂ ਮੋਹਰਾਂ ਰੱਖ ਕੇ ਅੱਜ ਵੀ ਅਸੀਂ ਸਾਰੇ ਸੰਸਾਰ ਕਹਿੰਦੇ ਨੇ ਦੀ ਕੋਸਟਲੀਸਟ ਜਿਹੜੀ ਲੈਂਡ ਹੈ ਉਹ ਉਸ ਦੀਵਾਨ ਟੋਡਰਮਲ ਨੇ ਜਿਹੜੀ ਖਰੀਦੀ ਹੈ। ਅੱਜ ਉਹਦੀ ਹਵੇਲੀ ਜਿਹੜੀ ਖੰਡਰ ਬਣੀ ਪਈ ਹੈ, ਹਰ ਸਾਲ ਆ ਜਾਂਦਾ ਹੈ ਬਿਆਨ ਸਾਡੀਆਂ ਸੰਸਥਾਵਾਂ ਵੱਲੋਂ, ਅਸੀਂ ਕਰ ਰਹੇ ਹਾਂ ਜੀ, ਕਰ ਰਹੇ ਹਾਂ। ਇਹ ਕੰਮ ਤੇ ਵਾਰ ਫੂਟਿੰਗ ਤੇ ਬੜਾ ਪੁਰਾਣਾ ਹੋ ਜਾਣਾ ਚਾਹੀਦਾ ਸੀ। ਇੰਨੇ ਸੈਂਕੜੇ ਸਾਲ ਬੀਤ ਜਾਣ ਤੇ ਅਸੀਂ ਆਪਣੀ ਹੈਰੀਟੇਜ ਜਿਹੜੀ ਹੈ, ਜਿਹਨੂੰ ਸਾਂਭਣਾ ਉਹ ਸਾਂਭਿਆ ਨਹੀਂਗਾ, ਤੇ ਜਿਹੜੀ ਸਾਂਭਣੀ ਜਿਹੜੀ ਚੀਜ਼ ਦੀ ਨਹੀਂ ਲੋੜ ਹੈ, ਉਹ ਅਸੀਂ ਉਹਦੇ ਤੇ ਪੋਚੇ ਪਾ ਕੇ ਉਲਟਾ ਵਿਰਾਸਤ ਨੂੰ ਖਰਾਬ ਕਰ ਰਹੇ।
ਮੇਰੇ ਮਨ 'ਚ ਥੋੜਾ ਜਿਹਾ ਮੈਂ ਵੀ ਸੈਂਟੀਮੈਂਟਲ ਹੋ ਗਿਆ, ਮੈਂ ਇਹ ਗੱਲਾਂ ਤਾਂ ਕਹੀਆਂ, ਤੁਹਾਡੇ ਨਾਲ ਮੈਨੂੰ ਖਿਮਾ ਕਰਨਾ। ਪਰ ਕਿਉਂਕਿ ਸਵਾਲ ਜਿਹੜਾ ਵਿਰਾਸਤ ਬਾਰੇ ਆਇਆ ਸੀਗਾ ਔਰ ਵੀਰ ਹਰਜੀਤ ਸਿੰਘ ਜੀ ਨੇ ਬੜੇ ਅੱਛੇ ਤਰੀਕੇ ਨਾਲ ਐਕਸਪਲੇਨ ਸਾਨੂੰ ਕੀਤਾ, ਤੇ ਮੈਂ ਆਸ ਰੱਖਦਾ ਜਿਸ ਕੋਈ ਸ਼ੱਕ ਸ਼ੁਬਾ ਨਹੀਂ ਰਹਿਣਾ ਚਾਹੀਦਾ। ਤੇ ਕਿਉਂ ਅਸੀਂ ਅਰਦਾਸ ਵਿੱਚ ਕਹਿੰਦੇ ਹਾਂ, ਤਾਂ ਜੇ ਸਾਡੀ ਭਾਵਨਾਤਮਕ ਸੰਬੰਧ ਕਿਤੇ ਟੁੱਟ ਨਾ ਜਾਏ, ਇਹ ਬਣਿਆ ਰਹੇ। ਅਸੀਂ ਅਰਦਾਸ ਵਿੱਚ ਹੋਰ ਹੀ ਬੜੀਆਂ ਗੱਲਾਂ ਕਹਿੰਦੇ ਹਾਂ ਸਾਧ ਸੰਗਤ ਜੀ, ਜਿਵੇਂ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹਾਂ ਜਾਂ ਹੋਰ ਗੱਲਾਂ ਕਰਦੇ ਹੋ, ਇਸੇ ਕਰਕੇ ਨੇ ਕਿ ਸਾਡੇ ਨਾਲ ਇਹ ਹਰ ਸਵਾਸ ਦੇ ਨਾਲ ਸਾਡੇ ਨਾਲ ਤੁਰਦੀਆਂ ਰਹਿਣ, ਤਾਂ ਜੇ ਆਉਣ ਵਾਲੀ ਸਾਡੀ ਜਿਹੜੀ ਜਨਰੇਸ਼ਨਸ ਨੇ ਉਹਨਾਂ ਨੂੰ ਅਰਦਾਸ ਚੋਂ ਪਤਾ ਲੱਗੇ ਕਿ ਅਰਦਾਸ ਵਿੱਚ ਜਿਹੜਾ ਗੱਲਾਂ ਕੀਆਂ ਜਾਂਦੀਆਂ ਨੇ। ਅੱਜ ਵੀ ਦੇਖੋ ਸਾਧ ਸੰਗਤ ਜੀ, ਜੇ ਅਰਦਾਸ ਦਾ ਪਾਠ ਨਾ ਹੁੰਦਾ ਝੰਡਿਆਂ ਮੁੱਗਿਆਂ ਦੀ ਗੱਲ, ਤੇ ਸ਼ਾਇਦ ਸਾਨੂੰ ਵੀ ਯਾਦ ਨਹੀਂ ਸੀ ਆਉਣਾ। ਇਹ ਅਰਦਾਸ ਦਾ ਪਾਠ ਹੈ ਕਿ ਅੱਜ ਇਹਦਾ ਸਵਾਲ ਵੀ ਆਇਆ ਔਰ ਅਸੀਂ ਜਵਾਬ ਵੀ ਲੱਭਿਆ, ਆਪ ਨਾਲ ਸਾਂਝੀ ਕਰ ਰਹੇ। ਤੋ ਖਿਮਾ ਕਰਨਾ, ਮੈਂ ਸਮਾਂ ਕੁਝ ਜ਼ਿਆਦਾ ਲੈ ਗਿਆ। ਤੋ ਸਾਧ ਸੰਗਤ ਜੀ, ਆਓ ਆਪਾਂ ਅਗਲਾ ਸਵਾਲ ਕਰਦੇ ਹਾਂ। ਮੈਂ ਵੀਰ MPC ਨੂੰ ਬੇਨਤੀ ਕਰ ਰਿਹਾ ਕਿ ਸਾਧ ਸੁਰਜੀਤ ਸਿੰਘ ਜੀ ਨੇ ਕੁਝ ਤੁਕਾਂ ਬਾਣੀ ਦੀਆਂ ਭੇਜੀਆਂ ਸਨ, ਉਹਨਾਂ ਬਾਰੇ ਉਹ ਕੁਝ ਜਾਣਨਾ ਚਾਹੁੰਦੇ ਨੇ। ਮੈਂ MPC ਨੂੰ ਬੇਨਤੀ ਕਰਾਂਗਾ, ਉਹ ਆਪ ਕਿਰਪਾ ਕਰਕੇ ਉਸ ਸਵਾਲ ਨੂੰ ਸਾਡੇ ਸਾਹਮਣੇ ਲਿਆਓ। ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਵਾਲ ਦੇ ਵਿੱਚ ਤਕਰੀਬਨ 4 ਪੰਕਤੀਆਂ ਦਾ ਰੈਫਰੈਂਸ ਦੇ ਕੇ ਇਹ ਸਵਾਲ ਇਹ ਕੀਤਾ ਗਿਆ ਹੈ ਕਿ ਇਹ ਪੰਕਤੀਆਂ ਇਸ ਭਾਵ ਨੂੰ ਸਿੱਧ ਕਰਦੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰਿਆਂ ਨੂੰ ਸੁਰਜੀਤ ਕੀਤਾ ਸੀ ਅਤੇ ਗਣੇਸ਼ ਜੀ ਦਾ ਸਿਰ ਵੱਢ ਕੇ ਹਾਥੀ ਦਾ ਸਿਰ ਲਗਾਇਆ ਗਿਆ ਸੀ। ਉਹਨਾਂ ਵਿੱਚੋਂ ਇੱਕ ਪੰਕਤੀ ਸੁਖਮਨੀ ਸਾਹਿਬ ਦੀ ਹੈ, ਜਿਹੜੀ ਮੈਂ ਇਸ ਵੇਲੇ ਸਾਹਮਣੇ ਸਕਰੀਨ ਤੇ ਡਿਸਪਲੇ ਕੀਤੀ ਹੈ। ਇਸ ਤੋਂ ਪਹਿਲਾਂ ਕਿ ਪੰਕਤੀਆਂ ਦੇ ਅਰਥ ਤੇ ਉਹਨਾਂ ਦੀ ਇਸ ਪ੍ਰਸੰਗ, ਇਸ ਕੁਐਸਚਨ ਦੇ ਨਾਲ ਜੋ ਰੈਲੇਵੈਂਸ ਹੈ ਉਹਦੇ ਬਾਰੇ ਗੱਲ ਕਰੀਏ। ਪਹਿਲਾਂ ਸਵਾਲ ਦਾ ਜਿਹੜਾ 2 ਹਿੱਸੇ ਹਨ ਉਹਨਾਂ ਨੂੰ ਨਿਖੇੜ ਲੈਂਦੇ ਹਾਂ। ਸਵਾਲ ਵਿੱਚ ਗੱਲ ਕੀਤੀ ਗਈ ਹੈ ਕਿ ਇੱਕ ਤਾਂ 5 ਪਿਆਰਿਆਂ ਦੇ ਸਾਜਨ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ, ਤੇ ਦੂਜਾ ਗਣੇਸ਼ ਜੀ ਦਾ ਜੋ ਇਤਿਹਾਸਕ ਕਹਾਣੀ ਹੈ ਕਿ ਕਿਵੇਂ ਉਹਨਾਂ ਦਾ ਹਾਥੀ ਦਾ ਸਿਰ ਲੱਗਿਆ। ਤਾਂ ਪਹਿਲੀ ਗੱਲ ਤੇ ਹੈ ਕਿ ਇਹਨਾਂ ਦੋਨਾਂ ਨੂੰ ਅਸੀਂ ਇੱਕੋ ਤਰੀਕੇ ਦੇ ਨਾਲ ਨਹੀਂ ਟੈਕਲ ਕਰ ਸਕਦੇ। ਇੱਕ ਇਤਿਹਾਸਕ ਘਟਨਾ ਹੈ, ਹਿੰਦੂ ਪੁਰਾਣਿਕ ਪੁਸਤਕਾਂ ਦੇ ਵਿੱਚ ਇਹ ਮਿਲਦੀ ਹੈ, ਤੇ ਦੂਸਰਾ ਜਿਹੜਾ ਪ੍ਰਸੰਗ ਹੈ ਗੁਰੂ ਗੋਬਿੰਦ ਸਿੰਘ ਜੀ ਦਾ 5 ਪਿਆਰੇ ਸਾਜਨ ਦਾ, ਉਹ ਇੱਕ ਇਤਿਹਾਸਕ ਘਟਨਾ ਹੈ। ਤਾਂ ਦੋਨਾਂ ਨੂੰ ਵੱਖੋ ਵੱਖਰੇ ਟਰੀਟ ਕਰਨ ਦੀ ਜ਼ਰੂਰਤ ਹੈ। ਜਿੱਥੋਂ ਤੱਕ ਸਵਾਲ ਹੈ ਗਣੇਸ਼ ਜੀ ਦੇ ਹਾਥੀ ਦਾ ਸਿਰ ਲੱਗਣ ਦੀ, ਉਹ ਤੇ ਬਹੁਤ ਹੀ ਅਜੀਬੋ-ਗਰੀਬ ਦੀ ਕਹਾਣੀ ਹੈ। ਸੰਖੇਪ ਵਿੱਚ ਮੈਂ ਕਹਾਣੀ ਸੁਣਾ ਦਿੰਦਾ ਵਾਂ, ਤੇ ਫਿਰ ਤੁਸੀਂ ਮੇਰਾ ਖਿਆਲ ਉਸ ਤੋਂ ਬਾਅਦ ਇਹਦਾ ਭੋਗ ਅਸੀਂ ਪਾ ਦਿਆਂਗੇ। ਕਹਾਣੀ ਇਸ ਤਰੀਕੇ ਦੀ ਹੈ ਕਿ ਪਾਰਵਤੀ ਇੱਕ ਦਿਨ ਅਖੇ ਨਹਾਉਣ ਲੱਗੀ ਤੇ ਉਹ ਘਰ ਇਕੱਲੀ ਸੀ, ਤੇ ਉਹਨੂੰ ਲੱਗਿਆ ਕਿ ਬਈ ਮੈਂ ਨਹਾਉਂਦੀ ਹੋਵਾਂ ਤੇ ਕੋਈ ਬਾਹਰੋਂ ਆ ਨਾ ਜਾਵੇ। ਉਹਨੇ ਆਪਣੇ ਹੱਥ ਦੀ ਮੈਲ ਦੇ ਨਾਲ ਹੀ ਇੱਕ ਬੱਚੇ ਨੂੰ ਜਨਮ ਦੇ ਦਿੱਤਾ, ਤੇ ਉਹ ਉਸਨੂੰ ਪਹਿਰਾ ਲਗਾਉਣ ਵਾਸਤੇ ਆਪਣੇ ਗੁਸਲਖਾਨੇ ਦੇ ਬਾਹਰ, ਜਾਂ ਜੋ ਵੀ ਨਹਾਉਣ ਦੀ ਉਹਦੀ ਘਰ ਦੀ ਜਗ੍ਹਾ ਸੀ, ਉਹਦੇ ਬਾਹਰ ਉਹਨੂੰ ਖੜਾ ਕਰਤਾ ਕਿ ਕੋਈ ਅੰਦਰ ਨਾ ਆਵੇ। ਉਹ ਸ਼ੁਰੂਆਤ ਹੀ ਮਤਲਬ ਇੱਥੋਂ ਹੋ ਰਹੀ ਹੈ, ਜਿਹੜੀਆਂ ਅਨਬਿਲੀਵੇਬਲ ਜੀਆਂ ਗੱਲਾਂ ਨੇ ਕਿ ਹੱਥ ਦੀ ਮੈਲ ਤੋਂ ਉਹਨੇ ਬੱਚਾ ਪੈਦਾ ਕਰਤਾ, ਤੇ ਉਹ ਇੰਨਾ ਵੱਡਾ ਔਰ ਸਮਝਦਾਰ ਹੋ ਗਿਆ ਕਿ ਉਹ ਘਰ ਦੀ ਪਹਿਰੇਦਾਰੀ ਕਰ ਸਕਦਾ ਹੈ। ਲਓ ਜੀ, ਬੱਚਾ ਬਾਹਰ ਖੜਾ ਹੋ ਗਿਆ ਪਹਿਰੇ ਤੇ। ਥੋੜਾ ਸਮਾਂ ਬੀਤਿਆ ਤੇ ਸ਼ਿਵ ਜੀ ਵਾਪਸ ਆ ਗਏ, ਆਪਣਾ ਘਰ ਉਹਨਾਂ ਦਾ ਸੀ। ਉਹ ਆਏ ਤੇ ਅੰਦਰ ਵੜਨ ਲੱਗੇ, ਤੇ ਉਹ ਮੁੰਡੇ ਨੇ ਰੋਕ ਦਿੱਤਾ, ਜੀ ਅੰਦਰ ਨਹੀਂ ਜਾ ਸਕਦੇ, ਮੇਰੀ ਮਾਂ ਨਹਾਉਂਦੀ ਹੈ। ਕਹਿੰਦੇ ਇਹ ਕਿਹੜੀ ਮਾਂ ਨਹਾਉਂਦੀ ਹੈ, ਘਰ ਮੇਰਾ, ਜਨਾਨੀ ਮੇਰੀ, ਇਹ ਕਿਹੜਾ ਬੱਚਾ ਜੰਮ ਪਿਆ ਜਿਹਦੀ ਮਾਂ ਅੰਦਰ ਨਹਾਉਂਦੀ ਹੈ। ਉਹਨੇ ਚੁੱਕ ਕੇ ਉਹਦਾ ਤ੍ਰਿਸ਼ੂਲ ਨਾਲ ਸਿਰ ਵੱਢ ਦਿੱਤਾ। ਅੰਦਰ ਵੜ ਗਏ। ਅੰਦਰ ਵੜ ਗਏ ਤੇ ਪਾਰਵਤੀ ਕਹਿੰਦੀ ਤੁਹਾਨੂੰ ਕਿਸੇ ਰੋਕਿਆ ਨਹੀਂ? ਅਖੇ ਰੋਕਿਆ ਸੀ, ਮੈਂ ਉਹਦਾ ਸਿਰ ਵੱਢਤਾ। ਪਾਰਵਤੀ ਰੋਣ ਲੱਗ ਪਈ ਕਿ ਉਹਨੂੰ ਤੇ ਮੈਂ ਜੰਮਿਆ ਸੀ, ਤੇ ਹੁਣ ਤਾਂ ਮੈਨੂੰ ਉਹ ਚਾਹੀਦਾ, ਹਰ ਹਾਲਤ ਚਾਹੀਦਾ। ਸ਼ਿਵ ਜੀ ਕਹਿਣ ਲੱਗੇ ਕਿ ਜਿਹੜਾ ਮੇਰੇ ਤ੍ਰਿਸ਼ੂਲ ਦੇ ਨਾਲ ਕੱਟਿਆ ਜਾਂਦਾ ਹੈ, ਉਹ ਮੇਰੀ ਰੁੰਡ ਮੁੰਡ ਦੀ ਜਿਹੜੀ ਮਾਲਾ ਹੈ ਨਾ ਮੇਰੇ ਗਲੇ 'ਚ, ਉੱਥੇ ਉਹਦਾ ਸਿਰ ਵੜ ਜਾਂਦਾ, ਉੱਥੋਂ ਨਿਕਲ ਨਹੀਂ ਸਕਦਾ ਮੁੜ ਕੇ। ਉਹ ਕਹਿੰਦੇ ਜੋ ਮਰਜ਼ੀ ਕਰੋ, ਮੈਨੂੰ ਤੇ ਵਾਪਸ ਚਾਹੀਦਾ, ਜਿਉਂਦਾ ਚਾਹੀਦਾ। ਹੁਣ ਸ਼ਿਵ ਜੀ ਫਸ ਗਏ, ਕਹਿੰਦੇ ਅੱਛਾ ਮੈਂ ਕੁਝ ਕਰਦਾ। ਤਾਂ ਉਹ ਫਿਰ ਕਿਧਰੇ ਲੱਭਣ ਗਏ ਵੀ ਕੋਈ ਸਿਰ ਲੱਭੇ ਤੇ ਜਿਹੜਾ ਮੈਂ ਇਹਦੇ ਨਾਲ ਜੋੜ ਦਿਆਂ। ਤਾਂ ਉੱਥੇ ਕੋਈ ਇੱਕ ਹਾਥੀ ਦਾ ਬੱਚਾ ਸੀ, ਉਹਦੇ ਵਿੱਚ ਥੋੜੀ ਪਿੱਛੇ ਹੋਰ ਕਹਾਣੀਆਂ, ਉਹਨੂੰ ਛੱਡ ਦਿੰਦੇ ਆ। ਉਹਨੇ ਕਿਧਰੇ ਪਹਾੜ ਦੇ ਨਾਲ ਟੱਕਰ ਮਾਰੀ ਤੇ ਉਹਦਾ ਦੰਦ ਟੁੱਟ ਗਿਆ, ਤੇ ਉਹ ਬੜਾ ਕੁਰਲਾ ਰਿਹਾ ਸੀ, ਰੋਂਦਾ ਪਿਆ ਸੀ ਬੱਚਾ ਹਾਥੀ ਦਾ। ਸ਼ਿਵ ਜੀ ਨੇ ਉਹ ਹਾਥੀ ਦਾ ਸਿਰ ਵੱਢ ਕੇ, ਤੇ ਉਹ ਉਸ ਬੱਚੇ ਜਿਹੜਾ ਉਹਦਾ ਪਾਰਵਤੀ ਦਾ ਬੇਟਾ ਸੀਗਾ,
ਉਹਦੇ ਧੜ ਦੇ ਉੱਤੇ ਜੋੜ ਦਿੱਤਾ। ਹੁਣ ਕਹਾਣੀਕਾਰ ਨੂੰ ਇਹ ਗੱਲ ਭੁੱਲ ਗਈ ਕਿ ਵੀ ਜਿਹੜਾ ਵੀ ਸਿਰ ਵੱਢਿਆ ਜਾਂਦਾ ਸ਼ਿਵ ਜੀ ਦੇ ਹੱਥੋਂ ਉਹਦੇ ਉਹਨਾਂ ਦੀ ਮਾਲਾ 'ਚ ਵੜ ਜਾਂਦਾ ਤੇ ਫਿਰ ਉਹ ਹਾਥੀ ਦਾ ਸਿਰ ਕਿਉਂ ਨਹੀਂ ਮਾਲਾ 'ਚ ਵੜਿਆ। ਪਰ ਖੈਰ ਚਲੋ ਮੰਨ ਲੈਂਦੇ ਹਾਂ ਕਹਾਣੀ ਹੈ। ਤਾਂ ਫਿਰ ਉਹ ਇਸ ਕਰਕੇ ਗਣੇਸ਼ ਜੀ ਦਾ ਜਿਹੜਾ ਹੈ ਉਹ ਹਾਥੀ ਦਾ ਸਿਰ ਹੈ ਤੇ ਬਾਕੀ ਜਿਹੜਾ ਧੜ ਹੈ ਉਹ ਇਨਸਾਨ ਦਾ ਹੈ। ਤਾਂ ਇਸ ਕਹਾਣੀ ਨਾਲ ਕੁਝ ਗੁਰਮਤਿ ਦਾ ਲੈਣਾ ਦੇਣਾ ਹੈ ਨਹੀਂ ਹੈ ਤੇ ਨਾ ਹੀ ਕੋਈ ਗੁਰਬਾਣੀ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਪ੍ਰੋੜਤਾ ਕੀਤੀ ਗਈ ਹੈ ਤੇ ਇਹਨੂੰ ਪਾਸੇ ਛੱਡਦੇ ਹਾਂ। ਅਗਲਾ ਸਵਾਲ ਹੈ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰਿਆਂ ਨੂੰ ਜੋ ਸੁਰਜੀਤ ਕੀਤਾ, ਤਾਂ ਇਤਿਹਾਸਕ ਘਟਨਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਗੁਰਸਿੱਖਾਂ ਦੇ ਭਾਰੀ ਇਕੱਠ ਦੇ ਵਿੱਚ ਸ਼ਮਸ਼ੀਰ ਲਹਿਰਾ ਕੇ ਇੱਕ ਸਿਰ ਦੀ ਮੰਗ ਕੀਤੀ। ਤੇ ਇਤਿਹਾਸ ਗਵਾਹ ਹੈ ਕਿ ਗੁਰਸਿੱਖਾਂ ਨੇ ਵਾਰੀ-ਵਾਰੀ 5 ਵਾਰੀ ਜਦੋਂ ਸੀਸ ਦੀ ਮੰਗ ਹੋਈ ਤੇ 5 ਪਿਆਰਿਆਂ ਨੇ ਵਾਰੀ-ਵਾਰੀ ਸੀਸ ਅਰਪਣ ਕੀਤੇ। ਜਿਨ੍ਹਾਂ ਵੀ ਸਿੱਖਾਂ ਨੇ ਸੀਸ ਅਰਪਣ ਕੀਤੇ ਗੁਰੂ ਸਾਹਿਬ ਉਹਨਾਂ ਨੂੰ ਪਿੱਛੇ ਇੱਕ ਤੰਬੂ ਦੇ ਵਿੱਚ ਲੈ ਗਏ, ਜਿਹੜਾ ਤੰਬੂ ਕਿਸੇ ਨੂੰ ਵੀ ਨਜ਼ਰ ਉਹਦੇ ਪਿੱਛੇ ਕੀ ਸੀਗਾ ਕਿਸੇ ਨੂੰ ਨਜ਼ਰ ਨਹੀਂ ਸੀ ਆਉਂਦਾ। ਪਰ ਸਿਰਫ ਇਹਨਾਂ ਲੋਕਾਂ ਨੂੰ ਨਜ਼ਰ ਆਇਆ ਕਿ ਉਸ ਤੰਬੂ ਦੇ ਵਿੱਚੋਂ ਖੂਨ ਦੀ ਧਾਰ ਬਾਹਰ ਆ ਰਹੀ ਸੀ, ਖੂਨ ਵਗਿਆ ਉੱਥੇ। ਜਦੋਂ 5 ਸਿੱਖ ਦੇ ਸੀਸ ਪ੍ਰਵਾਨ ਹੋ ਗਏ ਉਸ ਤੋਂ ਬਾਅਦ ਇੱਕ ਸਨਾਟਾ ਜਿਹਾ ਛਾ ਗਿਆ ਸੀਗਾ ਸਾਰੇ ਦੀਵਾਨ ਵਿੱਚ। ਪਰ ਥੋੜੇ ਸਮੇਂ ਬਾਅਦ ਗੁਰੂ ਸਾਹਿਬ 5 ਉਹਨਾਂ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਸੀਸ ਅਰਪਣ ਕੀਤੇ ਸੀ ਉਹਨਾਂ ਨੂੰ ਨਵੇਂ ਬਸਤਰ ਪਵਾ ਕੇ ਤੇ ਬਾਹਰ ਸਟੇਜ ਦੇ ਉੱਤੇ ਲੈ ਆਏ ਸਾਰੀ ਸੰਗਤ ਦੇ ਸਾਹਮਣੇ ਤੇ ਉਹਨਾਂ ਨੇ ਡਿਕਲੇਅਰ ਕੀਤਾ ਕਿ ਇਹ ਸਿਰ ਲੱਥ ਜਵਾਨ ਜਿਨ੍ਹਾਂ ਨੇ ਆਪਣੇ ਸੀਸ ਮੇਰੇ ਅੱਗੇ ਭੇਟ ਕੀਤੇ ਹਨ, ਮੇਰੇ ਪਿਆਰੇ ਹਨ। ਤੇ ਇਹਨਾਂ ਨੂੰ ਫਿਰ ਉਹਨਾਂ ਨੇ ਆਪਣੇ 5 ਪਿਆਰਿਆਂ ਦੀ ਪਦਵੀ ਦੇ ਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਮੁੜ ਉਹਨਾਂ ਦੇ ਸਾਹਮਣੇ ਹੀ ਗੋਡੇ ਟੇਕ ਕੇ ਅੰਮ੍ਰਿਤ ਦੀ ਦਾਤ ਉਹਨਾਂ ਪਾਸੋਂ ਪ੍ਰਾਪਤ ਵੀ ਕੀਤੀ। ਇਹ ਇਤਿਹਾਸਕ ਘਟਨਾ ਤੋਂ ਸਾਰੇ ਅਸੀਂ ਜਾਣੂ। ਹੁਣ ਇਹਦੇ ਵਿੱਚ ਸਵਾਲ ਇਹ ਹੈ ਕਿ ਕੀ ਤੰਬੂ ਦੇ ਅੰਦਰ ਕੀ ਹੋਇਆ, ਕੀ ਉਹਨਾਂ ਹੀ ਸਿੱਖਾਂ ਦੇ ਸਿਰ ਉਤਾਰੇ ਗਏ ਫਿਰ ਉਹ ਸਿਰ ਵਾਪਸ ਜੋੜੇ ਗਏ ਕਿ ਜਾਂ ਜਿਵੇਂ ਬਹੁਤ ਇਤਿਹਾਸਕ ਬਿਰਤਾਂਤਾਂ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਗੁਰੂ ਸਾਹਿਬ ਨੇ ਪਹਿਲਾਂ ਤੋਂ ਹੀ 5 ਬੱਕਰੇ ਜਿਹੜੇ ਸੀਗੇ ਉਹ ਅਰੇਂਜ ਕਰਕੇ ਰੱਖੇ ਹੋਏ ਸੀ ਜਿਨ੍ਹਾਂ ਦੇ ਮੂੰਹ ਵੱਜੇ ਹੋਏ ਸਨ ਤੇ ਉਹਨਾਂ ਨੂੰ ਗੁਰੂ ਸਾਹਿਬ ਝਟਕਾਰੇ ਦਿੰਦੇ ਸਨ ਤੇ ਖੂਨ ਦੀ ਧਾਰ ਬਾਹਰ ਆ ਜਾਂਦੀ ਸੀ ਤੇ ਲੋਕਾਂ ਨੂੰ ਇੰਜ ਲੱਗਦਾ ਸੀਗਾ ਕਿ ਵੀ ਜਿਵੇਂ ਬੰਦਾ ਕਤਲ ਹੋ ਗਿਆ ਹੈ। ਉਹ ਇਹ ਕੰਮ ਹੋਇਆ ਪਰਦੇ ਦੇ ਪਿੱਛੇ। ਇਹਦੇ ਬਾਰੇ ਵਿੱਚ ਕੋਈ ਸੰਗਤ ਦੇ ਅੰਦਰ ਬਾਹਰ ਬੈਠੀ ਸੰਗਤ ਨੂੰ ਨਹੀਂ ਪਤਾ ਸੀਗਾ ਕਿ ਅੰਦਰ ਕੀ ਹੋ ਰਿਹਾ ਹੈ ਤੇ ਗੁਰੂ ਸਾਹਿਬ ਨੇ ਕੋਈ ਪ੍ਰਗਟ ਵੀ ਨਹੀਂ ਗੱਲ ਕੀਤੀ ਕਿ ਮੈਂ ਕੀ ਕਰਕੇ ਆਇਆ ਹਾਂ। ਸੰਗਤ ਨੂੰ ਇੰਨਾ ਹੀ ਪਤਾ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਗੁਰਸਿੱਖਾਂ ਨੂੰ ਤੰਬੂ ਦੇ ਪਿੱਛੇ ਲੈ ਕੇ ਗਏ ਤੇ ਉਹਨਾਂ ਨੂੰ ਬਾਅਦ ਵਿੱਚ ਨਵੇਂ ਬਸਤਰ ਪਵਾ ਕੇ ਤੇ ਸੰਗਤ ਦੇ ਸਾਹਮਣੇ ਪੇਸ਼ ਕੀਤਾ ਤੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਉਹ ਇਸ ਕਰਕੇ ਇਹ ਹੁਣ ਸਪੈਕੂਲੇਸ਼ਨ ਕਰਨੀ ਜੀ ਕਿ ਉਹ ਸਿੱਖਾਂ ਦੇ ਸਿਰ ਲਾਏ ਗਏ ਸਨ, ਉਹ ਸਿਰ ਮੁੜ ਕੇ ਜੋੜੇ ਗਏ ਸਨ। ਕਈਆਂ ਨੇ ਤੇ ਹੋਰ ਕਹਾਣੀ ਨੂੰ ਰੋਚਕ ਬਣਾਉਣ ਵਾਸਤੇ ਇਹ ਵੀ ਕਹਿ ਦਿੱਤਾ ਕਿ ਵੀ ਦਇਆ ਸਿੰਘ ਦਾ ਸਿਰ ਧਰਮ ਸਿੰਘ ਨੂੰ ਲਗਾਤਾ, ਧਰਮ ਸਿੰਘ ਦਾ ਮੋਹਕਮ ਸਿੰਘ ਨੂੰ, ਉਹਦਾ ਉਹਨੂੰ, ਤੀਜੇ ਦਾ, ਚੌਥੇ ਦਾ, ਪੰਜਵੇਂ ਦਾ, ਇੰਜ ਜਿਵੇਂ ਰਾਉਂਡ ਰੋਬਿਨ ਗੇਮ ਖੇਡੀ ਜਾ ਰਹੀ ਹੋਵੇ। तो ये सब ना लोगों दी अपनी इमेजिनेशन दी गल्लां ने। इतिहास दे विच ऐसी कोई भी पक्की गल नहीं मिलती कि भी कोई इस तरीके का काम किया गया सिर्फ ला के सिर दोबारा जोड़े गए। तो जिन्नी को गल समझ आ सकती है उतो समझ के मेन समझने वाली गल ये है कि गुरसिखा ने सीस भेंट किए, अपना आप सब कुछ अर्पण कर दिता गुरु के अगे, गुरु ने स्वीकार भी किया ते गुरु ने फिर उन्होंने अपने प्यारियां दी पदवी दी। हुण अगे मुश्किल उत्थे आती है कि जिथे लोग गुरबाणी दी पंक्तियां लैके ये सिर वड्डन ते सिर जोड़न की गल नूं सिद्ध करना चाहते हैं। उन्हां विच एक पंक्ति ये भी वरती जाती है जिहड़ी सुखमनी साहब की अष्टपदी है कि मानुख की टेक पृथ्वी सब जान, ये अष्टपदी नंबर 14 है। मानुख की टेक पृथ्वी सब जान, देवन को एक है भगवान, जिसके दिए रह अगाए, बहर न तृष्णा लागे आए, मारे राखै एको आप, मानुख कह किछ नाही हाथ। तो तिसका हुक्म बूझ सुख होए, तिसका नाम रख कंठ परोए, सिमर 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 प्रभ सोए, नानक बिघन न लागे। तो ये सारी अष्टपदी की जिहड़ी पहली पौड़ी है इन्हू पढ़ के ये गल समझ आ रही है कि इत्थे गल की जा रही है प्रभु दे हथ सब कुछ है, देवन को एक है भगवान, मानुख की टेक पृथ्वी सब जान। कोई मनुख के बस कुछ नहीं है, सब कुछ देने वाला, सारिया दातां बख्शण वाला प्रभु है। जीवां नूं पैदा करने वाला, उन्हां दी रखिया करने वाला, मारन वाला, जीवालन वाला, वो सब भी परमात्मा ही है, और कोई नहीं है।
ਮਨੁੱਖ ਦੇ ਕਿਛ ਨਹੀਂ ਹੱਥ, ਮਨੁੱਖ ਦੇ ਹੱਥ ਨਹੀਂ ਹੈ ਕਿ ਉਹ ਕਿਸੇ ਨੂੰ ਪੈਦਾ ਕਰਕੇ ਆਪਣੀ ਮਰਜ਼ੀ ਦੇ ਨਾਲ ਜਾਂ ਕਿਸੇ ਨੂੰ ਮਾਰ ਦੇਵੇ। ਜੋ ਕੁਝ ਹੁੰਦਾ ਹੈ ਉਹਦੇ ਹੁਕਮ ਦੇ ਅਧੀਨ ਹੀ ਹੁੰਦਾ ਹੈ। ਜੇ ਕੋਈ ਮਨੁੱਖ ਜਨਮ ਲੈ ਰਿਹਾ ਹੈ ਉਹ ਵੀ ਪ੍ਰਭੂ ਦੇ ਹੁਕਮ ਦੇ ਅਧੀਨ ਹੈ, ਜੇ ਕੋਈ ਮਨੁੱਖ ਮਰ ਰਿਹਾ ਹੈ ਉਹ ਵੀ ਪ੍ਰਭੂ ਦੇ ਹੁਕਮ ਦੇ ਅਧੀਨ ਹੈ। ਤੇ ਗੱਲ ਗੁਰਬਾਣੀ 'ਚ ਜਿਹੜੀ ਸਮਝਾਈ ਅਸੂਲ ਦੀ ਇਹ ਹੈ ਕਿ ਤਿਸਕਾ ਹੁਕਮ ਬੂਝ ਸੁਖ ਹੋਏ, ਇਸ ਕਰਕੇ ਤਿਸਕਾ ਨਾਮ ਰੱਖ ਕੰਠ ਪਰੋਏ। ਉਸ ਪ੍ਰਭੂ ਦੇ ਹੁਕਮ ਨੂੰ, ਉਹਦੀ ਰਜ਼ਾ ਨੂੰ ਸਮਝਣ ਵਿੱਚ ਹੀ ਜੀਵਨ ਦੇ ਵਿੱਚ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਨਹੀਂ ਤਾਂ ਬੰਦਾ ਪਜ਼ਲ ਹੋ ਕੇ ਪਰੇਸ਼ਾਨ ਹੋ ਕੇ ਭਟਕਦਾ ਹੀ ਰਹਿੰਦਾ ਹੈ। ਤਾਂ ਅਸੂਲ ਦੀ ਗੱਲ ਹੈ ਕਿ ਜੀਵਨ ਦੇ ਅੰਦਰ, ਇਸ ਸਾਰੀ ਸ੍ਰਿਸ਼ਟੀ ਦੀ ਰਚਨਾ ਦੇ ਅੰਦਰ ਸਭ ਕੁਝ ਦੇਣ ਵਾਲਾ, ਸਾਰਾ ਕੁਝ ਚਲਾਉਣ ਵਾਲਾ ਤੇ ਸਭ ਚੀਜ਼ਾਂ ਦਾ ਨਾਸ਼ ਕਰਨ ਵਾਲਾ ਇੱਕੋ ਇੱਕ ਪ੍ਰਭੂ ਹੈ। ਕੋਈ ਤਿੰਨ ਵੱਖੋ ਵੱਖਰੇ ਦੇਵਤੇ ਨਹੀਂ ਹਨ। ਇੱਕ ਅਕਾਲ ਪੁਰਖ ਹੈ ਜੋ ਜਿਹੜਾ ਪੈਦਾ ਵੀ ਕਰਦਾ ਹੈ, ਪਾਲਣਾ ਵੀ ਕਰਦਾ ਹੈ ਤੇ ਮਾਰਦਾ ਵੀ ਹੈ। ਮਨੁੱਖ ਦਾ ਇਹਦੇ ਵਿੱਚ ਕੋਈ ਜ਼ੋਰ ਨਹੀਂ ਹੈ ਜਿਹੜਾ ਉਸ ਦੇ ਹੁਕਮ ਦੀ ਉਲੰਘਣਾ ਕਰ ਸਕੇ। ਇਹ ਗੱਲ ਅਸੂਲ ਦੀ ਸਮਝਣ ਵਾਲੀ ਹੈ। ਇਸ ਤੋਂ ਇਲਾਵਾ ਹੋਰ ਪੰਕਤੀਆਂ ਜਿਹੜੀਆਂ ਇਸ ਸਵਾਲ ਦੇ ਨਾਲ ਕੋਟ ਕੀਤੀਆਂ ਗਈਆਂ, ਉਹਨਾਂ ਨੂੰ ਵੀ ਵਾਰੀ-ਵਾਰੀ ਅਸੀਂ ਲੈ ਲੈਂਦੇ ਹਾਂ। ਇੱਕ ਹੋਰ ਪੰਕਤੀ ਹੈ ਜੀ ਜੋ ਭੈਰਵ ਰਾਗ ਦੇ ਵਿੱਚ ਸ਼ਬਦ ਹੈ ਗੁਰੂ ਅਰਜਨ ਪਾਤਸ਼ਾਹ ਦਾ ਅੰਗ 1146 ਤੇ ਕਿ ਆਪੇ ਮਾਰ ਆਪ ਜੀਵਾਲੇ। ਇਹ 1146 ਪੰਨੇ ਤੇ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ, ਭੈਰਵ ਮਹਲਾ 5ਵਾਂ। तो ਜਿਹੜਾ ਸ਼ੁਰੂ ਹੁੰਦਾ ਹੈ ਰੋਗ ਕਵਨ ਜਾਂ ਰਾਖੈ ਆਪ, ਤਿਸ ਜਨ ਹੋਏ ਨਾ ਦੁਖ ਸੰਤਾਪ, ਜਿਸ ਉਪਰ ਪ੍ਰਭ ਕਿਰਪਾ ਕਰੇ ਤਿਸ ਉਪਰ ਤੇ ਕਾਲ ਪਰ ਹਰੈ, ਸਦਾ ਸਖਾਈ ਹਰ ਹਰ ਨਾਮ, ਜਿਸ ਚੀਤ ਆਵੈ ਤੇ ਸਦਾ ਸੁਖ ਹੋਵੇ, ਨਿਕਟ ਨਾ ਆਵੈ ਤਾਕੈ ਜਾਮ। ਇਹ ਰਾਓ ਦੀ ਪੰਕਤੀ ਹੈ। ਤਾਂ ਜਿਵੇਂ ਆਪ ਜਾਣਦੇ ਹੀ ਹੋ ਵੀ ਕੋਈ ਕਿਸੇ ਇੱਕ ਵੱਖਰੀ ਪੰਕਤੀ ਨੂੰ ਚੁਣ ਕੇ ਉਹਦੇ ਅਰਥ ਕਰਨ ਨੂੰ ਸਮਝਣ ਦੀ ਯਤਨ ਕਰੀਏ ਤੇ ਕਈ ਵਾਰੀ ਕਨਫਿਊਜ਼ਨ ਵੀ ਹੋ ਜਾਂਦਾ ਹੈ। ਤਾਂ ਪਹਿਲਾਂ ਰਾਓ ਦੇ ਅੰਦਰ ਜੋ ਸੁਨੇਹਾ ਦਿੱਤਾ ਗਿਆ ਹੈ, ਜੋ ਸੰਦੇਸ਼ ਦਿੱਤਾ ਗਿਆ, ਉਹਨੂੰ ਜ਼ਰੂਰ ਸਮਝਣਾ ਚਾਹੀਦਾ ਹੈ। तो राव दे बांधे गुरु साहब कह रहे हैं कि सदा सखाई हर हर नाम, प्रभु का नाम, हरि का नाम हमेशा ही सहाई हुंदा है, सखा है, मित्र है, हेल्प करने वाला है। फिर ओदी सिफत की है उस नाम दी कि जिस चीत आवे तिस सदा सुख होवे, निकट ना आवे ताके जाम। जिस मनुख दे चित्त विच भी वो प्रभु का नाम वसदा है, ਉਹਦਾ ਜੀਵਨ ਸੁਖਮਈ ਹੁੰਦਾ ਹੈ। ਉਹਦੇ ਨੇੜੇ ਮੌਤ ਦਾ ਡਰ, ਜਮ ਦਾ ਡਰ ਉਹਦੇ ਨੇੜੇ ਨਹੀਂ ਆ ਸਕਦਾ। ਇਹ ਇਸ ਰਾਓ ਦੇ ਬੰਦ ਵਿੱਚ ਗੁਰੂ ਸਾਹਿਬ ਨੇ ਗੱਲ ਕੀਤੀ ਹੈ। ਪਹਿਲੇ ਪਦੇ ਵਿੱਚ ਵੀ ਗੱਲ ਕੀਤੀ ਹੈ ਕਿ ਉਹਨੂੰ ਕਿਹੜਾ ਰੋਗ ਹੋ ਸਕਦਾ ਜਿਹਦੀ ਰੱਖਿਆ ਪ੍ਰਭੂ ਆਪ ਕਰੇ, ਉਹਨੂੰ ਕੋਈ ਦੁੱਖ ਸੰਤਾਪ ਨਹੀਂ ਹੋ ਸਕਦਾ ਜਿਹਦੇ ਉੱਤੇ ਪ੍ਰਭੂ ਦੀ ਕਿਰਪਾ ਹੋਵੇ। ਉਹਦੇ ਉੱਤੋਂ ਮੌਤ ਤਾਂ ਵੈਸੇ ਹੀ ਪਰੇ ਰਹਿੰਦੀ ਹੈ, ਉਹਦੇ ਕੋਲੋਂ ਡਰ ਕੇ ਰਹਿੰਦੀ ਹੈ। ਤਾਂ ਹੁਣ ਕੀ ਇਹਦਾ ਭਾਵ ਇਹ ਹੈ ਕਿ ਬਈ ਉਸ ਬੰਦੇ ਨੂੰ ਮੌਤ ਹੀ ਨਹੀਂ ਆਏਗੀ ਜਿਹੜਾ ਪ੍ਰਭੂ ਦਾ ਨਾਮ ਨੂੰ ਚੇਤੇ ਰੱਖਦਾ ਹੈ? ਭਾਵ ਅਰਥ ਨੂੰ ਸਮਝਣਾ ਚਾਹੀਦਾ ਹੈ, ਸਿਰਫ ਲਫ਼ਜ਼ਾਂ ਦੇ ਮਗਰ ਨਹੀਂ। ਕਿ ਕਿਸ ਉੱਪਰ ਤੇ ਕਾਲ ਪਰ ਹਰੈ, ਮਤਲਬ ਉਹਦੇ ਤੋਂ ਕਾਲ ਦੂਰ ਰਹਿੰਦਾ ਹੈ। ਦੂਰ ਰਹਿੰਦਾ ਇਨ ਦਾ ਸੈਂਸ ਕਿ ਬਈ ਉਹ ਕਾਲ ਦਾ ਡਰ ਉਹਦੇ ਜੀਵਨ ਵਿੱਚੋਂ ਪਰੇ ਹੋ ਜਾਂਦਾ ਹੈ, ਉਸਦੇ ਜ਼ਿੰਦਗੀ 'ਚ ਉਹਨੂੰ ਡਰ ਨਹੀਂ ਰਹਿੰਦਾ। ਮੌਤ ਨੂੰ ਤਾਂ ਉਹ ਇੱਕ ਖੇਡ ਸਮਝਦਾ ਹੈ। ਜਿਵੇਂ ਸਿੱਖ ਇਤਿਹਾਸ ਗਵਾਹ ਹੈ ਕਿ ਗੁਰੂ ਕੇ ਸਿੱਖਾਂ ਨੇ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਧਾਰਨ ਕਰਕੇ, ਗੁਰੂ ਪਾਸੋਂ ਉਪਦੇਸ਼ ਗ੍ਰਹਿਣ ਕਰਕੇ ਆਪਣੇ ਜੀਵਨ ਵਿੱਚ ਧਾਰਨ ਕੀਤਾ, ਤਾਂ ਉਹਨਾਂ ਦੇ ਜੀਵਨ ਦੇ ਵਿੱਚੋਂ ਮੌਤ ਦਾ ਡਰ ਬਿਲਕੁਲ ਖਤਮ ਹੀ ਹੋ ਗਿਆ। ਤੇ ਐਸੇ ਉਹਨਾਂ ਨੇ ਕਾਰਨਾਮੇ ਕੀਤੇ ਕਿ ਦੇਖਣ ਸੁਣਨ ਵਾਲੇ ਵੀ ਹੈਰਾਨ ਹੋ ਜਾਂਦੇ ਹਨ ਕਿ ਕੋਈ ਇਨਸਾਨ ਐਸੇ ਕਰਮ ਕਿਵੇਂ ਕਰ ਸਕਦਾ ਹੈ। ਤਾਂ ਕਾਲ ਪਰ ਹਰੇ ਤੋਂ ਭਾਵ ਹੈ ਮੌਤ ਦਾ ਡਰ ਦੂਰ ਹੋ ਜਾਂਦਾ ਹੈ। ਮੌਤ ਉਹਨੂੰ ਕਦੀ ਡਰਾਉਂਦੀ, ਆਮ ਇਨਸਾਨ ਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਮੌਤ ਤੋਂ ਕੰਬਦਾ ਹੈ, ਡਰਦਾ ਹੈ। ਪਰ ਗੁਰੂ ਕਾ ਸਿੱਖ ਜਿਹਦੇ ਉੱਤੇ ਗੁਰੂ ਦੇ ਉਪਦੇਸ਼ ਜਿਹਦੇ ਜੀਵਨ ਵਿੱਚ ਆ ਜਾਂਦਾ ਹੈ, ਉਹ ਮੌਤ ਨੂੰ ਇੱਕ ਖੇਡ ਹੀ ਸਮਝਦਾ ਹੈ, ਉਹਦੇ ਤੋਂ ਡਰਦਾ ਨਹੀਂ ਹੈ। तो यही है कि ਉਹਦੇ ਨਿਕਟ ਵੀ ਜੰਮ ਨਹੀਂ ਆ ਸਕਦਾ ਕਿਉਂਕਿ ਉਹਨੂੰ ਡਰਾ ਨਹੀਂ ਸਕਦਾ। ਸੋ यही ਗੱਲ ਅਗਲੇ ਪਦੇ 'ਚ ਵੀ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਜਬ ਇਹ ਨਾ ਸੋ ਤਬ ਕਿਨੇ ਉਪਾਇਆ, ਕਵਨ ਮੂਲ ਤੇ ਕਿਆ ਪ੍ਰਗਟਾਇਆ, ਆਪੇ ਮਾਰ ਆਪ ਜੀ ਵਾਲਾ, ਆਪਣੇ ਭਗਤ ਕੋ ਸਦਾ ਪ੍ਰਤਪਾਲਾ। ਇਹ ਪ੍ਰਭੂ ਦੀ ਸਿਫਤ ਸਲਾਹ ਕਰਦੇ ਹੋਏ ਗੱਲ ਕਰ ਰਹੇ ਨੇ ਕਿ ਜਦੋਂ ਇਸ ਇਨਸਾਨ ਦੀ ਕੋਈ ਹੋਂਦ ਨਹੀਂ ਸੀ, ਕੋਈ ਸ੍ਰਿਸ਼ਟੀ ਦੀ ਹੋਂਦ ਨਹੀਂ ਸੀ, ਤਾਂ किस मूल तो किवें सारी सृष्टि पैदा हुई, तब किने उपाया, किसने पैदा किया? सबनों पैदा करने वाला प्रभु परमात्मा ही है।
ਕਵਨ ਮੂਲ ਤੇ ਕਿਆ ਪ੍ਰਗਟਾਇਆ, ਕੀ ਓਰੀਜਨਲ ਸੀ ਜਿੱਥੋਂ ਇਨਸਾਨ ਦੀ ਹੋਂਦ ਹੋਈ। ਜਿਵੇਂ ਇੱਕ ਹੋਰ ਜਗ੍ਹਾ ਵੀ ਆਉਂਦਾ ਹੈ ਨਾ, ਰਵਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਿਆ ਦ੍ਰਿਸ਼ਟਾਨੀ, ਤੇ ਤੇਰਾ ਸਰੂਪ ਇੰਨਾ ਸੋਹਣਾ ਬਣ ਗਿਆ ਹੈ, ਪਰ ਸੋਚ ਕੇ ਤੇਰਾ ਮੂਲ ਹੈ ਕੀ ਸੀ। ਉਹੀ ਗੱਲ ਇੱਥੇ ਵੀ ਕਹਿ ਰਹੇ ਨੇ ਕਿ ਕਵਨ ਮੂਲ ਤੇ ਕਿਆ ਪ੍ਰਗਟਾਇਆ। ਬੰਦੇ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਰਕਤ ਤੇ ਬਿੰਦ ਤੋਂ, ਜਿਨ੍ਹਾਂ ਨੂੰ ਅਗਰ ਜੇ ਸੈਪਰੇਟਲੀ ਅਸੀਂ ਦੇਖ ਲਈਏ ਨਾ, ਤੇ ਅਸੀਂ ਉਹਨਾਂ ਤੋਂ ਪਰਹੇਜ਼ ਕਰਦੇ ਹਾਂ, ਪਰੇ ਰਹਿੰਦੇ ਹਾਂ ਵੀ ਇਹ ਖੂਨ ਔਰ ਇਹ ਬਿੰਦ ਜਿਹੜੇ ਨਾ, ਇਹਨਾਂ ਨੂੰ ਅਸੀਂ ਪਵਿੱਤਰ ਨਹੀਂ ਸਮਝਦੇ, ਇਹਨਾਂ ਤੋਂ ਦੂਰ ਦੂਰ ਹੀ ਰਹਿਣਾ ਚਾਹੁੰਦੇ ਹਾਂ। ਜਿੱਥੇ ਕਿਧਰੇ ਕੋਈ ਕਿਸੇ ਪਦਾਰਥ ਦੇ ਉੱਤੇ ਕੋਈ ਜਾਂ ਕਿਸੇ ਜਗ੍ਹਾ ਦੇ ਉੱਤੇ ਇਹ ਚੀਜ਼ਾਂ ਨਜ਼ਰ ਵੀ ਆ ਜਾਣ, ਅਸੀਂ ਫਟ ਉੱਥੇ ਸਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਨਹੀਂ, ਇਹ ਦੇਖਣ ਲਾਇਕ ਨਹੀਂ ਹੈਗੀ ਯਾਰ, ਇਹ ਆਮ ਸਮਾਜ ਦੇ ਅੰਦਰ ਇਹਨਾਂ ਨੂੰ ਸਾਹਮਣੇ ਨਹੀਂ ਆਉਣਾ ਚਾਹੀਦਾ। ਪਰ ਇਹ ਹੀ ਰॉ ਮਟੀਰੀਅਲ ਹੈ ਜਿਹਦੇ ਤੋਂ ਇਨਸਾਨ ਦਾ ਜੀਵਨ ਪੈਦਾ ਹੁੰਦਾ ਹੈ। तो ये इंसान की जो असलीयत है उसकी एक अंदाजा गुरु साहब इस पंक्ति दे रहे हैं कि कमन मूल ते क्या प्रगटाया। ते ये सब कुछ हुंदा किहदी बख्शिश दे नाल है कि ऐसे मूल तो ऐसा सुंदर शरीर घड़िया जाता है, वो प्रभु परमात्मा ही है कि आपे मार आप जीवाले अपने भगत को सदा प्रतिपाले। वो प्रभु आप ही मारन वाला है, आप ही जीवन देने वाला है, अपने भगतां की वो प्रतिपालना भी करता है। वही सिद्धांत है कि जन्म देने वाला, प्रतिपालना करने वाला ते मारन वाला वो प्रभु परमात्मा आप ही है। तो ये भी इस पंक्ति च भी गल उसे सिद्धांत की ही की गई है। एक और पंक्ति आप मरे मारे भी आप, ये 413 अंग के ऊपर है आसा राग के अंदर। तो ये एक अष्टपदी का 7वां पदा है। आप मरे मारे भी आप उपाय थाप थाप सृष्ट उपाई ज्योति तू जात शब्द विचार मिलन नहीं प्रांत। इतने भी गल पिछों जो चलती आ रही है वो शुरुआत इतों ही होंगी है कि राहो दे पंथ जी गल कि कौन मरै कौन रोवे ओही करन कारण सबसे सिर तो ही। कि असल में कौन मरदा है ते कौन उन्होंने रो रहा है, करन कारण तो सब दे सिर दे उत्ते प्रभु परमात्मा आप ही है। सब दे अंदर उस प्रभु की जोत है। तो वह आप ही सब जीवां दे अंदर होके जन्म लैंदा है, वड्डा हुंदा है, कर्म करदा है ते मरदा भी आप ही है। सब दे अंदर करन कारण वाला, सब कुछ करने वाला प्रभु परमात्मा आप ही है। तो इस राव दे बंद दे जो भाव है उसके अनुसार इस पदे में गुरु साहब कह रहे हैं कि आप मरे मारे भी आप उपाय थाप थाप, क्योंकि वो प्रभु की जोत सब जीवां के अंदर है। तो जे कोई मर रहा है तो उसके अंदर प्रभु की अंश है, तो वो मानो प्रभु आप ही उसके अंदर बैठ के आप ही उसके अंदरों वो जोत निकल रही है, वो आप ही मर रहा है, मारन वाला भी वो आप है, सब कुछ करने वाला आप है, पैदा भी वो करने वाला है, स्थापन करने वाला भी आप है, जो उस तो बाद उन्होंने नाश करने वाला भी आप है। सारी सृष्टि की पैदाइश भी तू ही की है। ਜਿਹੜੇ शब्द की विचार करते हैं उन्होंने फिर इस बारे कोई भरम नहीं रह जाता, उन्होंने इस गल की सोची आ जाती है। तो भाव यह है कि इस इन्हां पंक्तियों च गल की जा रही है प्रभु की सर्व समर्था की, कि सब कुछ करन कराने वाला, मारन वाला, जीवालन वाला, प्रतिपालन वाला प्रभु एक आप है। उहदे हुक्म दे उल्ट कोई काम हो नहीं सकता। हुण इहदे तो भाव ये नहीं लेना कि भी जब सब कुछ करने वाला प्रभु है तो असीं तां कुछ करना ही नहीं है। एक वखरा विशा होर खुल जाता है जी। फिर और वजह सवाल कई बार साडे कोल आ भी चुके हैं कि जी सब कुछ करने वाला प्रभु है तो फिर सानू की लोड़ है नाम जपन की, की लोड़ है चंगे कर्म करन दी, सानू क्यों दोष मिल, सानू क्यों दंड मिलता है। वो एक बड़ा लंबा विशा बन जाएगा। पर तत की गल, असूल की गल यह है कि एक हुक्म वरत रहा है प्रभु का, जिस हुक्म के अधीन जीव जंत पैदा होंदे हैं। उन्हां जीवां दे अंदर जिहड़ी जीवन सत्ता है वो भी प्रभु परमात्मा की दिती हुई है, और वो हुक्म की अदूली नहीं कर सकते, वो हुक्म तो बाहर नहीं जा सकते। जो कुछ भी वरतदा है वो हुक्म के उसकी रजा के अनुसार ही होंदा है। इंसान नू प्रभु ने एक विवेक बुद्धि दात भी बख्शिश की है, जिहदे विच उहनूं इह खुल दिती गई है कि वो चंगे माड़े की विचार करके लैन वाले एक्शन का निर्णय कर सकता है कि मैं की कर्म करने हैं तो मैं की कर्म नहीं करने। इतनी को खुल परमात्मा ने इंसान नू बख्शी है।
ਜੋ ਖੁੱਲ ਜੋ ਇਹ ਵਿਵੇਕ ਬੁੱਧੀ ਦੀ ਦਾਤ ਬਾਕੀ ਦੁਨੀਆ ਵਿੱਚ ਨਹੀਂ ਹੈ। ਉਹਨਾਂ ਦੇ ਵਾਸਤੇ ਕਈ ਤਕਰੀਬਨ ਸਾਰਾ ਰੂਟੀਨ, ਉਹਨਾਂ ਦੀਆਂ ਕਰੈਕਟਰ, ਉਹਨਾਂ ਦੀ ਆਦਤਾਂ, ਉਹਨਾਂ ਦੇ ਵਾਸਤੇ ਡਿਸੀਜਨ ਪਹਿਲਾਂ ਤੋਂ ਹੀ ਨਿਸ਼ਚਿਤ ਹਨ। ਪਰ ਇਨਸਾਨ ਕੋਲ ਇੱਕ ਖੁੱਲ ਹੈ ਕਿ ਉਹਨੂੰ ਜਦੋਂ ਸੋਝੀ ਮਿਲ ਜਾਂਦੀ ਹੈ, ਵੱਡਾ ਹੋ ਜਾਂਦਾ ਹੈ, ਵਿਚਾਰ ਕਰਨ ਦੇ ਲਾਇਕ ਹੋ ਜਾਂਦਾ ਹੈ, ਗਿਆਨ ਹਾਸਲ ਕਰ ਲੈਂਦਾ ਹੈ, ਤਾਂ ਉਹ ਉਸ ਦੀ ਵਰਤੋਂ ਕਰਕੇ ਫਿਰ ਉਹ ਡਿਸੀਜਨ ਮੇਕਿੰਗ ਕਰ ਸਕਦਾ ਹੈ ਕਿ ਮੈਂ ਕਿਹੜਾ ਕਰਮ ਕਰਨਾ ਹੈ, ਕਿਹੜਾ ਨਹੀਂ ਕਰਨਾ। ਉਹ ਇਹ ਨਿਰਣਾ ਵੀ ਕਰ ਸਕਦਾ ਹੈ ਕਿ ਉਹ ਚੰਗਾ ਕੀ ਹੈ, ਮਾੜਾ ਕੀ ਹੈ। ਐਸੀ ਸੋਝੀ ਕੇਵਲ ਇਨਸਾਨ ਨੂੰ ਹੀ ਬਖਸ਼ਿਸ਼ ਵਿੱਚ ਮਿਲੀ ਹੈ। ਤਾਂ ਉਹਦੇ ਅਨੁਸਾਰ ਕੀਤੇ ਹੋਏ ਕਰਮਾਂ ਦਾ ਫਿਰ ਜੋ ਰਿਜ਼ਲਟ ਹੈ ਉਹ ਇੱਕ ਚੰਗੇ ਉਸਤਾਦ ਦੇ ਵਾਂਗ, ਜਿਵੇਂ ਇੱਕ ਵਿਦਿਆਰਥੀ ਨੂੰ ਉਸਤਾਦ ਇਹ ਖੁੱਲ੍ਹ ਦਿੰਦਾ ਹੈ ਕਿ ਮੈਂ ਲੈਸਨ ਤੁਹਾਨੂੰ ਪੜ੍ਹਾ ਦਿੱਤਾ ਹੈ, ਤੁਹਾਡੇ ਕੋਲੋਂ ਸਾਲ ਦੇ ਅਖੀਰ ਤੇ ਮੈਂ ਪੇਪਰ ਵੀ ਲੈਣਾ ਹੈ ਜਾਂ ਕਿਸੇ ਪੀਰੀਅਡ ਦੇ ਅਖੀਰ ਤੇ ਮੈਂ ਪੇਪਰ ਵੀ ਲੈਣਾ ਹੈ। ਜੋ ਮੈਂ ਪੜ੍ਹਾਇਆ ਹੈ ਉਹਨੂੰ ਸਮਝਣਾ, ਉਹਨੂੰ ਅੰਡਰਸਟੈਂਡ ਕਰਨਾ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਨਾ ਸਮਝ ਆਵੇ, ਪੁੱਛਣ ਦੀ ਖੁੱਲ੍ਹ ਵੀ ਤੁਹਾਨੂੰ ਹੈ। ਪਰ ਜਦੋਂ ਇਮਤਿਹਾਨ ਲਿਆ ਜਾਏਗਾ, ਜਿਹੜੇ ਵਿਦਿਆਰਥੀ ਪਾਸ ਹੋਣਗੇ, ਚੰਗਾ ਆਨਸਰ ਦੇਣਗੇ, ਉਹਨਾਂ ਨੂੰ ਅੱਗੇ ਤਰੱਕੀ ਦੇ ਦਿੱਤੀ ਜਾਏਗੀ। ਜਿਹੜੇ ਨਹੀਂ ਕਰ ਸਕਣਗੇ ਉਹਨਾਂ ਨੂੰ ਫੇਲ ਹੋ ਕੇ ਮੁੜ ਕੇ ਫਿਰ ਚੱਕਰ ਵਿੱਚ ਪੈਣਾ ਪਏਗਾ, ਮੁੜ ਕੇ ਉਸੇ ਜਮਾਤ ਵਿੱਚ ਪੜ੍ਹਨਾ ਪਏਗਾ। ਤਾਂ ਇਹੋ ਜਿਹਾ ਹੀ ਸਿਸਟਮ ਪਰਮਾਤਮਾ ਨੇ ਮਨੁੱਖਾਂ ਵਾਸਤੇ ਵੀ ਨਿਸ਼ਚਿਤ ਕੀਤਾ ਹੈ ਕਿ ਵਿਵੇਕ ਬੁੱਧੀ ਖੁੱਲ੍ਹ ਦਿੱਤੀ ਹੈ ਕਿ ਜੋ ਮਨੁੱਖਾ ਜੀਵਨ ਦੇ ਫਰਜ਼ ਨੇ ਉਹ ਗੁਰੂ ਦੇ ਰਾਹੀਂ ਸੋਝੀ ਵੀ ਬਖਸ਼ੀ ਹੈ। ਤੇ ਇਨਸਾਨ ਜਿਹੜੇ ਉਸ ਨੂੰ ਸੋਝੀ ਨੂੰ ਲੈ ਕੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ, ਉਹ ਪ੍ਰਭੂ ਚ ਭੇਦ ਹੋ ਜਾਂਦੇ ਹਨ। ਜਿਹੜੇ ਨਹੀਂ ਕਰਦੇ ਉਹ ਫਿਰ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਪੈਂਦੇ ਹਨ। ਤਾਂ ਇਤਨੀ ਕੁ ਗੱਲ ਇਹਨਾਂ ਸਾਰੀਆਂ ਪੰਕਤੀਆਂ ਸਮਝਾਈ ਗਈ ਹੈ। ਇਹਨਾਂ ਵਿੱਚੋਂ ਕਿਧਰੇ ਵੀ ਇਹ ਗੱਲ ਪ੍ਰਗਟ ਨਹੀਂ ਹੁੰਦੀ ਕਿ ਗੁਰੂ ਜੋ ਪ੍ਰਭੂ ਦਾ ਹੀ ਰੂਪ ਹੈ, ਗੁਰੂ ਔਰ ਪਰਮੇਸ਼ਰ 'ਚ ਕੋਈ ਭਿੰਨ ਭੇਦ ਨਹੀਂ ਹੈ। ਇਹਦੇ ਬਾਰੇ ਅਸੀਂ ਕੋਈ ਡਿਸਪਿਊਟ ਨਹੀਂ ਹੈ, ਇਹ ਗੱਲ ਐਕਸੈਪਟਡ ਹੈ। ਇਹ ਉਹਦਾ ਇਹ ਭਾਵ ਨਹੀਂ ਹੈ ਕਿ ਗੁਰੂ ਸਿਰ ਵੱਢ ਕੇ ਤੇ ਸਿਰ ਜੋੜਨ ਦੀ ਸਮਰੱਥਾ ਰੱਖਦਾ ਹੈ। ਇਹ ਗੱਲ ਗੁਰਬਾਣੀ 'ਚ ਲਿਖੀ ਹੋਈ ਹੈ, ਐਸੀ ਕੋਈ ਗੱਲ ਲਿਖਣ 'ਚ ਨਹੀਂ। ਜਿਹੜਾ ਇਹ ਨਿਯਮ ਹੈ, ਜਿਹੜਾ ਇਹ ਅਸੂਲ ਹੈ ਕਿ ਇਨਸਾਨ ਦਾ ਸਿਰ ਧੜ ਤੋਂ ਵੱਖ ਹੋ ਜਾਏ ਤੇ ਉਹਦੀ ਮੌਤ ਹੋ ਜਾਂਦੀ ਹੈ, ਇਹ ਅਸੂਲ ਵੀ ਪ੍ਰਭੂ ਦਾ ਹੀ ਆਪਣਾ ਬਣਾਇਆ ਹੋਇਆ ਹੈ। ਇਹ ਕੋਈ ਕਿਸੇ ਹੋਰ ਬਾਹਰਲੀ ਹਸਤੀ ਨੇ ਨਹੀਂ ਬਣਾਇਆ। ਜੇ ਜੀਵ ਦੇ ਅੰਦਰੋਂ ਸਵਾਸ ਖਤਮ ਹੋ ਜਾਂਦੇ ਹਨ ਤੇ ਉਹਦੀ ਮੌਤ ਹੋ ਜਾਂਦੀ ਹੈ, ਤਾਂ ਇਹ ਅਸੂਲ ਵੀ ਕੁਦਰਤ ਦੇ ਰੂਪ ਵਿੱਚ ਪ੍ਰਭੂ ਦਾ ਆਪਣਾ ਹੀ ਬਣਾਇਆ ਅਸੂਲ ਹੈ। ਤੇ ਆਪਣੇ ਅਸੂਲ ਦੀ ਪ੍ਰਭੂ ਆਪ ਉਲੰਘਣਾ ਕਰਕੇ ਸਿਰਫ ਇਸ ਪਿੱਛੇ ਕਿ ਬਈ ਕਿਉਂਕਿ ਸਾਨੂੰ ਸਮਝ ਨਹੀਂ ਆ ਰਹੀ ਕਿਸੇ ਬਾਣੀ ਦੀ, ਕਿ ਅਸੀਂ ਉਹਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰੀਏ ਕਿ ਵੀ ਨਹੀਂ, ਸਤਿਗੁਰ ਮੇਰਾ ਮਾਰ ਜੀਵਾਲੇ। ਉਹਦੇ ਲਿਖਿਆ ਦਾ ਮਤਲਬ ਇਹ ਹੈ ਕਿ ਮਾਰ ਕੇ ਜੀਵਾਲਦਾ ਹੈ, ਮਾਰਦਾ ਹੈ, ਜੀਵਾਲਦਾ ਹੈ, ਸਾਰੇ ਕੰਮ ਉਹੀ ਕਰਦਾ ਹੈ। ਲੇਕਿਨ ਇਹ ਜ਼ਬਰਦਸਤੀ ਇਹ ਅਰਥ ਕਰਨ ਦੀ ਕੋਸ਼ਿਸ਼ ਕਰਨੀ ਕਿ ਉਹ ਮਾਰ ਕੇ ਜੀਵਾਲਦਾ ਹੈ, ਇਸ ਕਰਕੇ ਉਹ ਪੰਜ ਪਿਆਰਿਆਂ ਦੇ ਸਿਰ ਵੀ ਵੱਢ ਕੇ ਜੋੜੇ ਗਏ, तो ये किसी भी तरीके जस्टिफाइड नहीं है। तो इतने ही वचन प्रवान करने की आस है कि जो सवाल सीगा ਉਹਦਾ ਆਪ ਜੀ ਨੂੰ ਜਵਾਬ ਮਿਲ ਗਿਆ ਹੋਏਗਾ। ਜੇ ਫਿਰ ਵੀ ਕੋਈ ਗੱਲ ਅਜੇ ਕਨਫਿਊਜ਼ਨ ਵਾਲੀ ਰਹਿ ਗਈ ਹੋਵੇ ਤਾਂ ਆਪ ਜੀ ਦੁਬਾਰਾ ਆਪਣਾ ਸਵਾਲ ਕਰ ਸਕਦੇ ਹੋ ਤੇ ਉਹਦੇ ਬਾਰੇ ਹੋਰ ਵਿਚਾਰ ਵੀ ਕੀਤੀ ਜਾ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਵੀ ਕਾਫੀ ਹੋ ਗਿਆ ਜੀ, ਸਵਾਲ ਵੀ ਇਹ ਵੀਰ ਸੁਰਜੀਤ ਸਿੰਘ ਦਾ ਲੰਬਾ ਸੀ। ਮੈਂ ਇੱਕੋ ਬੇਨਤੀ ਕਰਾਂਗਾ ਸੰਗਤ ਨੂੰ ਕਿ ਜਦ ਵੀ ਕੋਈ ਇਹੋ ਜਿਹਾ ਮਨ 'ਚ ਆਵੇ, ਕਿਰਪਾ ਕਰਕੇ ਸਾਰਾ ਸ਼ਬਦ ਪੜ੍ਹਨ ਦੀ ਕਿਰਪਾਲਤਾ ਕੀਤੀ ਜਾਏ ਵਿਦ ਰੈਫਰੈਂਸ ਟੂ ਰਹਾਉ ਦੀ ਜਿਹੜੀ ਤੁਕ ਹੈ, ਤੇ ਕਾਫੀ ਗੱਲਾਂ ਜਿਹੜੀਆਂ ਨੇ ਆਪੇ ਜਿਹੜੀਆਂ ਨੇ ਉਹ ਕਲੀਅਰ ਹੋ ਜਾਂਦੀਆਂ ਨੇ। ਤੋ ਸਾਧ ਸੰਗਤ ਸਮਾਂ ਬੜਾ ਹੋ ਰਿਹਾ, ਮੈਂ ਬੇਨਤੀ ਕਰ ਰਿਹਾ ਕਿ ਆਓ ਹੁਣ ਆਪਾਂ ਸਮਾਪਤੀ ਵੱਲ ਚੱਲਦੇ ਹਾਂ। ਗਰੁੱਪ ਚੈਟ ਵਿੱਚ ਡਾਕਟਰ ਕਿਰਪਾਲ ਸਿੰਘ ਜੀ ਨੇ ਲਿਖਿਆ ਵੀ ਜਿਹੜਾ ਗੁਰੂ ਰਾਮਦਾਸ ਸਰਾਂ ਹੈ ਉਹਦਾ ਨਾਮ ਗੁਰੂ ਰਾਮਦਾਸ ਬੁੰਗਾ ਰੱਖ ਦਿੱਤਾ ਜਾਏ। ਤੋ ਸੁਜੈਸ਼ਨ ਤਾਂ ਤੁਹਾਡੀ ਡਾਕਟਰ ਸਾਹਿਬ ਬੜੀ ਵਧੀਆ ਹੈ, ਕਿਉਂਕਿ ਸਾਨੂੰ ਜਿੱਥੇ ਪੁਰਾਤਨ, ਮੈਂ ਹੁਣੇ ਹੈਰੀਟੇਜ ਦੀ ਗੱਲ ਕੀਤੀ ਹੈ, ਉੱਥੇ ਸਾਨੂੰ ਜਿਹੜੀ ਪੁਰਾਣੀ ਸਾਡੀ ਸ਼ਬਦਾਵਲੀ ਹੈ, ਬੋਲੇ ਨੇ, ਸਾਨੂੰ ਉਹ ਵੀ ਕਾਇਮ ਰੱਖਣ 'ਚ ਮਤਲਬ ਚੰਗੀ ਲੱਗੇਗੀ, ਅੱਛਾ ਲੱਗੇਗਾ ਕਿ ਕਿਸ ਤਰ੍ਹਾਂ ਦੇ ਬੋਲੇ ਸਨ। ਪਰ ਇੱਕ ਗੱਲ ਜ਼ਰੂਰ ਹੈ, ਸ਼੍ਰੋਮਣੀ ਕਮੇਟੀ ਨੂੰ ਇਹ ਸੁਝਾਅ ਦਿੱਤਾ ਜਾ ਸਕਦਾ ਹੈ ਆਪ ਜੀ ਵੱਲੋਂ ਵੀ, ਸਾਰੀ ਸੰਗਤ ਵੱਲੋਂ ਵੀ। ਪਰ ਇੱਕ ਗੱਲ ਜ਼ਰੂਰ ਹੈ ਵੀ ਬੁੰਗੇ ਜਿਹੜੇ ਨੇ ਕੇਵਲ ਰਿਹਾਇਸ਼ ਲਈ ਨਹੀਂ ਸਨ, ਜਿਵੇਂ ਵੀਰ ਅਜੀਤ ਸਿੰਘ ਨੇ ਦੱਸਿਆ ਵੀ ਗਿਆਨੀਆਂ ਦਾ ਬੁੰਗਾ, ਕੀਰਤਨੀਆਂ ਦਾ ਬੁੰਗਾ, ਉੱਥੇ ਨਾਲ ਧਰਮ ਪ੍ਰਚਾਰ ਦੀਆਂ ਗੱਲਾਂ ਵੀ ਹੁੰਦੀਆਂ ਸਨ। ਤੇ ਹੁਣ ਜੇਕਰ ਸਿਰਫ ਸਰਾਵਾਂ ਦੇ ਵਿੱਚ ਇਨ ਐਂਡ ਆਊਟ ਦੀ ਗੱਲ ਹੈ ਤਾਂ ਉਹ ਚਲੋ ਠੀਕ ਹੈ ਵੀ ਆਏ ਗਏ ਲਈ ਸਹੂਲਤ ਹੈ, ਤੇ ਪਰ ਅਸਲ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਜੇਕਰ ਕੋਈ ਸਰਾਂ ਵਿੱਚ ਆ ਕੇ ਠਹਿਰਦਾ ਤਾਂ ਉਹਨੂੰ ਕੋਈ ਗੁਰਮਤਿ ਦੀ ਗੱਲ ਵੀ ਮਿਲੇ। ਇਹ ਨਹੀਂ ਵੀ ਉਹ ਰਾਤ ਕੱਟੇ ਤੇ ਆਪਣਾ ਚਲੇ ਜਾਏ ਅੱਗੇ। ਤੇ ਇਹ ਸਾਨੂੰ ਕੋਸ਼ਿਸ਼ ਹੋਣੀ ਚਾਹੀਦੀ ਹੈ। ਔਰ ਮੇਰੀ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਬਾਕੀ ਜਿਹੜੇ ਗੁਰਦੁਆਰਾ ਸਾਹਿਬਾਨ ਨਾਲ ਸਰਾਵਾਂ ਨੇ, ਉਹਨਾਂ ਨੂੰ ਇਹ ਸੁਜੈਸ਼ਨ ਦੇਣੀ ਚਾਹੀਦੀ ਹੈ ਕਿ ਉੱਥੇ ਇਹੋ ਜਿਹਾ ਥੋੜਾ ਜਿਹਾ ਇਹੋ ਜਿਹਾ ਕੋਈ ਸਿਸਟਮ ਸ਼ੁਰੂ ਕੀਤਾ ਜਾਏ
ਜਿਹਦੇ ਨਾਲ ਆਉਣ ਜਾਣ ਦੀ ਰਾਤ ਰਹਿੰਦੀ ਸੰਗਤ ਉਹਨੂੰ ਕੁਛ ਨਾ ਕੁਛ ਉੱਥੋਂ ਗੁਰਮਤ ਦੀ ਜਾਂ ਸਾਡੀ ਜਿਹੜੀ ਅਸੂਲ ਹੈ ਉਹਦੀ ਵੀ ਕੁਛ ਪ੍ਰਾਪਤੀ ਹੋ ਸਕੇ। ਇਹ ਮੇਰੀ ਜ਼ਾਤੀ ਰਾਏ। ਤੋ ਸਾਧ ਸੰਗਤ ਜੀ, ਮੈਂ ਸਮਾਂ ਜ਼ਿਆਦਾ ਹੋਣ ਲਈ ਖਿਮਾ ਵੀ ਮੰਗਦਾ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਉਹਦੇ ਲਈ ਵੀ ਖਿਮਾ ਮੰਗਦਾ। ਔਰ ਇੱਕ ਵਾਰ ਫਿਰ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਕਿਰਪਾ ਕਰੋ ਇਸੇ ਤਰ੍ਹਾਂ ਜੁੜੇ ਰਹੋ। ਮੈਂ 2 ਬੇਨਤੀਆਂ ਕਰਨੀਆਂ ਸਨ, ਸਮਾਂ ਹੋ ਗਿਆ, ਮੈਂ ਸ਼ਾਰਟਸ ਕਰਾਂਗਾ। ਇੱਕ ਤੇ ਜਿਹੜੀ ਅਸੀਂ ਹਿੰਦੀ ਦੀ ਕਲਾਸ ਸ਼ੁਰੂ ਕਰ ਰਹੇ ਹਾਂ, ਉਹਦੇ ਲਈ ਕਿਰਪਾ ਕਰਕੇ ਜਿਹੜੇ ਤੁਹਾਡੇ ਨਿਕਟਵਰਤੀ ਜਾਂ ਮਿਲਣ ਵਾਲੇ ਜਿਹੜੇ ਹਿੰਦੀ ਨੂੰ ਅੱਛਾ ਸਮਝਦੇ ਨੇ, ਕਿਰਪਾ ਕਰਕੇ ਉਹਨਾਂ ਦਾ ਸਾਨੂੰ WhatsApp ਨੰਬਰ ਭੇਜੋ ਤੇ ਕਿਸੇ ਵੀ ਵੀਰ ਨੂੰ ਭੇਜ ਸਕਦੇ ਪੈਨਲ, ਤਾਂ ਜੀ ਅਸੀਂ ਜਿਹੜੀ 10 ਮਈ ਤੋਂ ਹਿੰਦੀ ਦੀ ਕਲਾਸ ਸ਼ੁਰੂ ਕਰ ਰਹੇ ਹਾਂ, ਫਿਲਹਾਲ ਹਫਤਾਵਾਰੀ ਹੋਏਗੀ, ਉਹਦੇ ਲਈ ਸਾਨੂੰ ਐਨਰੋਲਮੈਂਟ ਵਿੱਚ ਮਦਦ ਕਰੋ। ਦੂਸਰਾ ਹੈ YouTube ਨੂੰ ਆਪ ਜੀ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ, ਕਿਉਂਕਿ ਸਾਨੂੰ ਤੀਸਰੇ ਸਾਲ ਸ਼ੁਰੂ ਹੋ ਗਏ ਆ ਤੇ ਸਾਡੀ ਜਿਹੜੀ ਗਿਣਤੀ ਹੈ YouTube ਦੀ ਸਬਸਕ੍ਰਾਈਬਰਸ ਦੀ ਉਹ ਬੜੀ ਥੋੜੀ ਹੈ, ਇਹ ਕਾਫੀ ਹੋਣੀ ਚਾਹੀਦੀ ਸੀ, ਇਹਦੇ ਧਿਆਨ ਦੇਣਾ। ਤੋ ਫਿਰ ਮੈਂ ਬੇਨਤੀ ਕਰਦਿਆਂ ਕਿ ਇਸੇ ਤਰ੍ਹਾਂ ਕਿਰਪਾ ਕਰਕੇ ਸਵਾਲ ਭੇਜੋ, ਆਪਣੇ ਸੁਝਾਅ ਭੇਜੋ, ਤਾਂ ਜੀ ਇਹ ਪ੍ਰੋਗਰਾਮ ਨਿਰੰਤਰ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਚੱਲਣ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਫਿਰ ਅਗਲੇ ਸੋਮਵਾਰ ਇਸੇ ਤਰ੍ਹਾਂ ਸਾਰਾ ਪੈਨਲ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏਗਾ ਜੀ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।